ਬਾਬਾ ਜੀ ਜਦੋਂ ਅਸੀਂ ਗੱਲ ਕਰਦੇ ਹਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦੀ ਤੇ ਸਾਡੇ ਬੱਚੇ ਸਾਡੇ ਤੋਂ ਸਵਾਲ ਕਰਦੇ ਨੇ ਵੀ ਏਡਾ ਵੱਡਾ ਸਾਕਾ ਵਾਪਰ ਜਾਂਦਾ ਸ਼ਹਾਦਤ ਦਾ, ਕਹਿੰਦੇ ਕੁਛ ਤੇ ਕਾਰਨ ਰਿਹਾ ਹੋਵੇਗਾ। ਸ਼ਹਾਦਤ ਦਾ ਸ਼ਬਦ ਹੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਭਾਰਤ ਦੇ ਵਿੱਚ ਆਇਆ। ਇਸ ਤੋਂ ਪਹਿਲਾਂ ਸ਼ਬਦ ਬਲੀਦਾਨ ਸੀ। ਉਹਨਾਂ ਨੇ ਕਿਹਾ ਮੀਆਂ ਮੀਰ ਨੂੰ, ਕਿਆ ਹੋਇਆ ਤਨ ਤਪ ਰਹਾ ਮਨ ਸ਼ਾਂਤ ਹੈ ਹਰ ਨਾਮ ਸੀ ਜੀ। ਇਸੇ ਸੋਚ ਚੋਂ ਤਾਂ ਭਾਰਤ ਚੋਂ ਪਾਕਿਸਤਾਨ ਪੈਦਾ ਹੋਇਆ ਜੀ। ਇਹਦਾ ਕਿਉਂਕਿ ਬਾਲਣ ਤੇ ਪਹਿਲਾਂ ਹੀ ਮੌਜੂਦ ਆ। ਅੰਗਰੇਜ਼ਾਂ ਨੇ ਤਾਂ ਚਿੰਗਾਰੀ ਲਾਈ, ਆਪਣਾ ਕੰਮ ਚਲਾ ਲਿਆ। ਸਤਾ ਜਿਹੜੀ ਮੌਕੇ ਤੇ ਕਰਦੀ ਆ ਉਹ ਬਾਲਣ ਪਹਿਲਾਂ ਬਣਿਆ ਹੁੰਦਾ, ਉਹ ਮੌਕੇ ਦੇ ਉੱਤੇ ਅੱਗ ਲਾਉਂਦੀ, ਭਾਂਪੜ ਮਚਾਉਂਦੀ, ਆਪਣੀਆਂ ਰੋਟੀਆਂ ਸੇਕ ਕੇ ਲਾਮੇ ਹੋ ਜਾਂਦੇ। ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਇੱਕ ਉਸ ਵੇਲੇ ਦੀਆਂ ਕੋਈ ਚੀਜ਼ਾਂ ਦੀ ਪਰਿਸਥਿਤੀਆਂ ਨੂੰ ਅਸੀਂ ਜੋੜਦੇ ਹਾਂ ਨਾ, ਕਈ ਪਾਸੋਂ ਇਕੱਠ ਕਰਕੇ ਪਤਾ ਕਰਦੇ ਹਾਂ ਤੇ ਫਿਰ ਪਤਾ ਲੱਗਦਾ ਵੀ ਕਿੱਡੀ ਵੱਡੀ ਇਹ ਮਹਾਨ ਸ਼ਹਾਦਤ ਸੀ ਤੇ ਕਿੰਨੀ ਵੱਡੀ ਇਹਦੇ ਪਿੱਛੇ ਛਿਪੀ ਹੋਈ ਸਾਜ਼ਿਸ਼ ਸੀ। ਸਰ ਅਸੀਂ ਢਾਡੀਆਂ ਨੂੰ ਸੁਣਦੇ ਹਾਂ ਤੇ ਉਹ ਮੇਨ ਕਾਰਨ ਇਹੀ ਦੱਸਦੇ ਨੇ ਵੀ ਚੰਦੂ ਦਾ ਜੀ ਰਿਸ਼ਤਾ ਮੋੜ ਦਿੱਤਾ ਕੁੜੀ ਦਾ, ਉਹ ਕਹਿੰਦਾ ਜੀ ਚਬਾਰੇ ਦੀ ਇੱਟ, ਅਨੇਕ ਪ੍ਰਕਾਰ ਦੀਆਂ ਗੱਲਾਂ ਆਈਆਂ ਤੇ ਇਹ ਸਾਰੇ ਇਕੱਠੇ ਹੋ ਕੇ ਕਾਰਨ ਜਿਹੜੇ ਸੀ ਨਾ, ਇਹਨਾਂ ਨੇ ਇਹ ਹਾਲਾਤ ਪੈਦਾ ਕਰ ਦਿੱਤੇ ਸੀ। ਇਹਨਾਂ ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਇਹਨਾਂ ਦੀ ਮਨ ਦੀ ਕਾਮਨਾ ਸੀ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ। ਦਰਸ਼ਕੋ, ਤੁਹਾਡੇ ਪਸੰਦੀਦਾ ਪ੍ਰੋਗਰਾਮ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਾ ਵਾ। ਅੱਜ ਜਿਸ ਸ਼ਖਸੀਅਤ ਨੂੰ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ, ਅਕਸਰ ਤੁਸੀਂ ਉਹਨਾਂ ਦੇ ਕੋਲੋਂ ਅਨੇਕ ਐਪੀਸੋਡ ਦੇ ਵਿੱਚ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਚੀਜ਼ਾਂ ਸੁਣਦੇ ਹੋ। ਮੇਰੇ ਕਹਿਣ ਤੋਂ ਮੁਰਾਦ ਹੈ ਬਾਬਾ ਭੁਪਿੰਦਰ ਸਿੰਘ ਪਟਿਆਲਾ, ਜੋ ਅਕਸਰ ਹੀ ਸਾਡੇ ਸਟੂਡੀਓ ਦੇ ਵਿੱਚ ਆਉਂਦੇ ਨੇ, ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਨੇ, ਤੁਹਾਡੇ ਰੂਬਰੂ ਅਸੀਂ ਕਰਵਾਉਣ ਦਾ ਮਾਣ ਹਾਸਲ ਕਰਦੇ ਹਾਂ। ਦਰਸ਼ਕੋ, ਤੁਹਾਨੂੰ ਅੱਜ ਮੈਂ ਦੱਸ ਦੇਣਾ ਚਾਹੁੰਦਾ ਮੈਂ, ਬਾਬਾ ਭੁਪਿੰਦਰ ਸਿੰਘ ਪਟਿਆਲਾ ਸਾਰੇ ਧਰਮਾਂ ਦੇ ਵਿੱਚ ਜਾਂਦੇ ਨੇ, ਸਿੱਖੀ ਦੀ ਗੱਲ, ਮਾਨਵਤਾ ਦੀ ਗੱਲ ਰੱਖਦੇ ਨੇ। ਉਹ ਆਪਣੇ ਆਪ ਨੂੰ ਪਾਬੰਦੀਆਂ ਦੇ ਵਿੱਚ ਨਹੀਂ ਰੱਖਦੇ, ਉਹ ਆਪਣੇ ਆਪ ਨੂੰ ਦੀਵਾਰਾਂ ਦੇ ਵਿੱਚ ਸੀਮਤ ਨਹੀਂ ਰੱਖਦੇ। ਉਹ ਸਾਰੇ ਧਰਮਾਂ ਦੇ ਵਿੱਚ ਜਾ ਕੇ ਜਿਹੜੀ ਮਾਨਵਤਾ ਨੂੰ ਪਿਆਰ ਕਰਨ ਵਾਲੀ ਗੱਲ ਹੈ ਉਹ ਰੱਖ ਦਿੰਦੇ ਨੇ। ਅੱਜ ਸਾਡੇ ਸਟੂਡੀਓ ਦੇ ਵਿੱਚ ਆਏ ਨੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦੇ ਪ੍ਰਸੰਗ ਨੂੰ ਅੱਜ ਤੁਹਾਡੇ ਰੂਬਰੂ ਕਰਾਂਗੇ। ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਤਤੀ ਤਵੀ ਦੀ, ਬੜਾ ਧਿਆਨ ਨਾਲ ਸੁਣਨਾ। ਮੈਂ ਕਈ ਵਾਰੀ ਮਨ ਦੇ ਵਿੱਚ ਇੱਕ ਚੀਜ਼ ਮਹਿਸੂਸ ਕਰਦਾ ਹੁੰਦਾ ਵਾਂ ਕਿ ਗੁਰਬਾਣੀ ਦਾ ਪਾਵਨ ਬਚਨ ਹੈ, ਉਲਾਹਨੋ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ। ਤਤੀ ਤਵੀ ਤੇ ਬੈਠ ਕੇ ਕਹਿੰਦੇ ਨੇ, ਇਹ ਪ੍ਰਮਾਤਮਾ ਮੈਂ ਕਿਸੇ ਨੂੰ ਉਲਾਂਭਾ ਨਹੀਂ ਦਿੰਦਾ, ਮੈਂ ਤੇਰੇ ਕੀਤੇ ਨੂੰ ਮਿੱਠਾ ਕਰਕੇ ਮੰਨਦਾ ਵਾਂ, ਤੇਰੀ ਰਜ਼ਾ ਨੂੰ ਸਵੀਕਾਰਦਾ ਵਾਂ, ਤੇਰੇ ਭਾਣੇ ਦੇ ਵਿੱਚ ਰਹਿਣਾ ਵਾਂ। ਤਤੀ ਤਵੀ ਤੇ ਬੈਠ ਕੇ ਵੀ ਉਹ ਠੰਡੇ ਨੇ, ਅਸੀਂ ਠੰਡੇ ਏਸੀ ਕਮਰਿਆਂ ਵਿੱਚ ਬੈਠ ਕੇ ਵੀ ਤਪੇ ਪਏ ਹਾਂ। ਬੜਾ ਵੱਡਾ ਇੱਕ ਸਵਾਲ ਹੈ। ਗੁਰੂ ਦੇ ਸਿੱਖਾਂ ਉਹ ਤਤੀ ਤਵੀ ਮਖੀਨਾ ਤਪਿਆ, ਉਸ ਵਕਤ ਦਾ ਹਾਕਮ ਤਪਿਆ, ਉੱਥੇ ਸਾਰੇ ਬੈਠੇ ਹੋਏ ਤਪੇ ਪਏ ਨੇ, ਪਰ ਉਹ ਠੰਡੇ ਨੇ। ਕਮਾਲ ਦੀ ਗੱਲ ਹੈ। ਤੇ ਅਸੀਂ ਠੰਡੇ ਏਸੀ ਵਿੱਚ ਬੈਠੇ ਹਾਂ, ਸਾਨੂੰ ਕੋਈ ਗੱਲ ਕਹਿ ਕੇ ਜਾਵੇ ਤੇ ਜਾਵੇ ਕਿੱਥੇ? ਗੱਡੀ ਦੇ ਵਿੱਚ ਏਸੀ ਲੱਗਾ ਹੈ, ਠੰਡੀ ਹੈ ਗੱਡੀ, ਪਰ ਜੇ ਕੋਈ ਲਾਗੋ ਕਿਤੇ ਮਾੜੀ ਜੀ ਗੱਲ ਕਹਿ ਜਾਵੇ ਤੇ ਅਸੀਂ ਪਿੱਛੇ ਨਹੀਂ ਗੱਡੀ ਲਾ ਦਿੰਦੇ, ਆਪਣਾ ਸਫ਼ਰ ਛੱਡ ਕੇ ਅਸੀਂ ਤਪੇ ਪਏ ਹਾਂ। ਆਓ ਉਹਨਾਂ ਸਾਰੇ ਮੁੱਦਿਆਂ ਦੇ ਉੱਪਰ ਅੱਜ ਆਪਾਂ ਵਿਚਾਰ ਕਰਦੇ ਹਾਂ। ਬਾਬਾ ਭੁਪਿੰਦਰ ਸਿੰਘ ਪਟਿਆਲਾ ਸਾਡੇ ਨਾਲ ਗੱਲਬਾਤ ਰੱਖਣਗੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਬਾਰੇ। ਆਓ ਤੁਹਾਡੇ ਸਾਰਿਆਂ ਵੱਲੋਂ ਮੈਂ ਬਾਬਾ ਭੁਪਿੰਦਰ ਸਿੰਘ ਪਟਿਆਲਾ ਦਾ ਆਪਣੇ ਸਟੂਡੀਓ ਵਿੱਚ ਆਉਣ ਲਈ ਸਵਾਗਤ ਕਰਦਾ ਹਾਂ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਚੰਗਾ ਲੱਗਾ ਜੀ ਸਟੂਡੀਓ ਦੇ ਵਿੱਚ ਤੁਸੀਂ ਆਏ ਹੋ, ਸਮੇਂ-ਸਮੇਂ ਤੇ ਆਉਂਦੇ ਹੋ, ਸੁਝਾਅ ਦਿੰਦੇ ਹੋ। ਬਾਬਾ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦੀ, ਤੇ ਸਾਡੇ ਬੱਚੇ ਸਾਡੇ ਤੋਂ ਸਵਾਲ ਕਰਦੇ ਨੇ ਵੀ ਏਡਾ ਵੱਡਾ ਸਾਕਾ ਵਾਪਰ ਜਾਂਦਾ ਸ਼ਹਾਦਤ ਦਾ, ਕਹਿੰਦੇ ਕੁਛ ਤੇ ਕਾਰਨ ਰਿਹਾ ਹੋਵੇਗਾ। ਜਦੋਂ ਅਸੀਂ ਕਾਰਨਾਂ ਦੀ ਗੱਲ ਕਰਦੇ ਹਾਂ ਤੇ ਕਾਰਨ ਇੱਕ ਤੋਂ ਅੱਗੇ ਬੜੇ ਜ਼ਿਆਦਾ ਨਿਕਲਦੇ ਜਾਂਦੇ ਨੇ। ਜੇ ਅੱਜ ਸਾਡੇ ਬੱਚੇ ਸੁਣਦੇ ਨੇ, ਟੈਲੀਵਿਜ਼ਨ ਦੇ ਰਾਹੀਂ ਸੁਣਦੇ ਨੇ, ਸੋਸ਼ਲ ਮੀਡੀਆ ਦੇ ਰਾਹੀਂ ਸੁਣਦੇ ਨੇ, ਤੇ ਆਪਾਂ ਸ਼ਹਾਦਤ ਦੇ ਕੀ ਕਾਰਨ ਮੰਨਦੇ ਹਾਂ? ਲਈ ਮੈਂ ਸਾਰੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਮਨ ਦੀ ਅਵਸਥਾ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਅਸੀਂ ਇਸ ਗੱਲ ਨਾਲ ਜੁੜਨਾ ਕਿ ਸ਼ਹਾਦਤ ਜਿਹੜੀ ਹੈ ਜੀ, ਸ਼ਹਾਦਤ ਦਾ ਸ਼ਬਦ ਹੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਭਾਰਤ ਦੇ ਵਿੱਚ ਆਇਆ।
ਇਸ ਤੋਂ ਪਹਿਲਾਂ ਸ਼ਬਦ ਬਲੀਦਾਨ ਸੀ। ਇਹ ਸ਼ਹਾਦਤ ਗੁਰੂ ਅਰਜਨ ਦੇਵ ਜੀ ਤੋਂ ਸ਼ਹਾਦਤ ਹੋਈ ਤਾਂ ਜਿੰਨੀਆਂ ਅੱਗੇ ਸ਼ਹਾਦਤਾਂ ਹੋਈਆਂ ਨੇ ਸਿੱਖਾਂ ਦੇ ਵਿੱਚ, ਖਾਲਸਿਆਂ ਦੇ ਵਿੱਚ, ਸਿੰਘਾਂ ਦੇ ਵਿੱਚ, ਉਹ ਸਾਰਾ ਇਸੇ ਕਰਕੇ ਨੂੰ ਸਿਰਮੌਰ ਸ਼ਹਾਦਤ ਦਾ ਨਾਮ ਦਿੱਤਾ ਗਿਆ। ਅੱਗੇ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ, ਅੱਗੇ ਫਿਰ ਸਾਹਿਬਜ਼ਾਦਿਆਂ ਦੀ ਸ਼ਹਾਦਤ, ਫਿਰ ਉਸ ਤੋਂ ਅੱਗੇ ਬਹੁਤ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ, ਧਰਮੀ ਸਿੰਘਾਂ ਦੀ ਸ਼ਹਾਦਤ। ਇਹ ਸ਼ਹਾਦਤ ਜਿਹੜਾ ਸੀ, ਇਹ ਸ਼ਬਦ ਇੱਥੋਂ ਹੀ ਸ਼ੁਰੂਆਤ ਹੋਇਆ। ਬੜੀ ਸਿਰਮੌਰ ਤਾਕਤ ਨੇ ਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ। ਇਹ ਤੁਸੀਂ ਆਪ ਹੀ ਪਹਿਲਾਂ ਕਹਿ ਕੇ ਹਟੇ ਹੋ ਵੀ ਅੱਜ ਠੰਡੇ ਏਸੀ ਕਮਰਿਆਂ 'ਚ ਬੈਠਣ ਵਾਲਿਆਂ ਨੂੰ ਕਿਵੇਂ ਅਨੁਭਵ ਹੋਵੇ ਕਿ ਉਸ ਵੇਲੇ ਦੀ ਕਿੱਦਾਂ ਦੀ ਗਰਮੀ ਸੀ, ਉਹ ਕਿੱਦਾਂ ਦਾ ਵਾਤਾਵਰਨ ਸੀ, ਕਿਵੇਂ ਉਹ ਤਪਦੀ ਹੋਈ ਲੋਹ ਸੀ, ਕਿਵੇਂ ਸਤਿਗੁਰੂ ਉਹਦੇ ਤੇ ਬੈਠੇ ਹੋਏ ਨੇ, ਕਿਸ ਤਰ੍ਹਾਂ ਉਹਨਾਂ ਤੇ ਤੱਤਾ ਰੇਤਾ ਪੈਂਦਾ ਪਿਆ ਤੇ ਕਿਵੇਂ ਉਹ ਸਤਿਗੁਰੂ ਸ਼ਾਂਤ ਨੇ। ਉਹਨਾਂ ਨੇ ਕਿਹਾ ਮੀਆਂ ਮੀਰ ਨੂੰ, ਕਿਆ ਹੁਆ ਤਨ ਤਪ ਰਹਾ, ਮਨ ਸ਼ਾਂਤ ਹੈ ਹਰ ਨਾਮ ਸੇ ਜੀ, ਇਤਨੀ ਸ਼ਾਂਤੀ। ਔਰ ਤੁਸੀਂ ਕਿਉਂਕਿ ਪ੍ਰਸ਼ਨ ਕਾਰਨਾਂ ਵਾਸਤੇ ਕੀਤਾ, ਇਹਦੇ ਕਾਰਨ ਬੜੇ ਗਹਿਰੇ ਜਿਹੇ ਦਿਖਾਈ ਦੇ ਰਹੇ ਨੇ। ਇਹ ਛੋਟੇ ਛੋਟੇ ਕਾਰਨ ਨਹੀਂ ਦਿੰਦੇ ਕਿ ਕਈ ਅਸੀਂ ਸਮਝਦੇ ਹਾਂ ਵੀ ਪਿਰਥੀਏ ਨਾਲ ਇਸ ਨੂੰ ਜੋੜਿਆ ਜਾਂਦਾ, ਉਹਨਾਂ ਦੇ ਭਰਾ ਨਾਲ ਵੀ ਘਰੇਲੂ ਕਲੇਸ਼ ਕਰਕੇ ਜਾਂ ਚੰਦੂ ਨਾਲ ਜ਼ਿਆਦਾ ਜੋੜ ਲਿਆ। ਇਹ ਏਡੇ ਵੱਡੇ ਕਾਰਨ ਨਹੀਂ ਹੈਗੇ, ਕਿਉਂਕਿ ਉਹਨਾਂ ਦੀ ਸ਼ਹਾਦਤ ਕਿਸੇ ਘਰੇਲੂ ਕਲੇਸ਼ ਕਰਕੇ ਨਹੀਂ ਜੀ। ਤੇ ਪਿਰਥੀਏ ਦਾ ਐਡਾ ਕੱਦ ਵੀ ਨਹੀਂ ਸੀ ਕੋਈ ਜਹਾਂਗੀਰ ਤੱਕ ਪਹੁੰਚਿਆ ਹੁੰਦਾ। ਪਿਰਥੀਏ ਦੀ ਤਾਂ ਇੰਨੀ ਕੋਈ ਗੱਲ ਸੀ ਮਨ ਦੇ ਵਿੱਚ, ਇੰਨੀ ਕੁ ਸੀ ਗੱਲ ਪਿਰਥੀਏ ਦੇ ਕਿ ਮੈਂ ਆਪਣੀ ਸੰਗਤ 'ਚ ਆਪਣੀ ਬਿਹਤਰੀ ਕਿਵੇਂ ਬਣਾਵਾਂ। ਉਹਨੂੰ ਇੱਕ ਭਰਮ ਸੀ ਕਿ ਗੱਦੀ ਦਾ ਮੈਂ ਹੀ ਅਸਲੀ ਹੱਕਦਾਰ ਹਾਂ ਜੀ। ਤੇ ਉਹ ਆਪਣਾ ਹੱਕਦਾਰ ਹੋਣ ਕਰਕੇ ਉਹਨੂੰ ਲੱਗਦਾ ਸੀ ਕਿ ਮੈਂ ਆਪਣੇ ਹੱਕ ਤੋਂ ਵਾਂਝਿਆ ਗਿਆ। ਤੇ ਪਿਰਥੀਆ ਬੜੀਆਂ ਕੋਸ਼ਿਸ਼ਾਂ ਕਰਦਾ ਰਿਹਾ, ਸਾਜ਼ਿਸ਼ਾਂ ਕਰਦਾ ਰਿਹਾ, ਉਹ ਲੱਗਾ ਰਿਹਾ। ਇਹ ਠੀਕ ਹੈ, ਇੱਕ ਸਮੇਂ ਦੇ ਗੁਰਸਿੱਖ ਉਹ ਗੱਲਾਂ ਨੂੰ ਸੰਭਾਲਦੇ ਰਹੇ, ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਤੇ ਵੀ ਪਿਰਥੀਏ ਦੀ ਆਪ ਵਿਰੋਧਤਾ ਨਹੀਂ ਕੀਤੀ, ਕਿਉਂਕਿ ਉਹ ਇਹ ਚਾਹੁੰਦੇ ਸੀ ਕਿ ਅਗਰ ਕੋਈ ਮਨੁੱਖ ਨੂੰ ਵਿਰੋਧ ਕਰਦਾ ਵੀ ਉਹਦੇ ਵਿਰੋਧ ਨੂੰ ਇੰਨਾ ਨਾ ਵਧਾਇਆ ਜਾਵੇ ਕਿ ਉਹਨੂੰ ਉਹਦੀਆਂ ਉਲਟ ਧਿਰਾਂ ਆਪਣਾ ਹਥਿਆਰ ਦੀ ਤਰ੍ਹਾਂ ਵਰਤ ਲੈਣ। ਇਹ ਐਸਾ ਉਹ ਠੀਕ ਹੈ ਵੀ ਗੁਰਸਿੱਖੀ ਦੇ ਰਸਤੇ ਤੋਂ ਭਟਕਿਆ ਹੋਇਆ ਸੀ, ਕਦੇ ਆ ਗਿਆ ਨੇੜੇ, ਕਦੇ ਚਲਾ ਗਿਆ। ਠੀਕ ਹੈ, ਇੰਨਾ ਕੁ ਜ਼ਰੂਰ ਹੋਇਆ ਕਿ ਉਹਨਾਂ ਨੂੰ ਮੀਣੇ ਸ਼ਬਦ ਫਿਰ ਮਿਲਿਆ। ਮੀਣੇ ਦਾ ਹੁੰਦਾ ਵੀ ਕਪਟੀ ਜੀ, ਇੰਨਾ ਕੁ ਤੇ ਹੋਇਆ। ਤੇ ਪਰ ਉਹ ਅੱਗੇ ਜਾ ਕੇ ਸਾਨੂੰ ਇਸ ਗੱਲ ਨੂੰ ਹੋਰ ਇੱਕ ਸਪਸ਼ਟ ਕਰਨਾ ਪਏਗਾ ਕਿ ਪਿਰਥੀਏ ਦਾ ਆਪਣਾ ਹੀ ਪੁੱਤਰ ਮਿਹਰਬਾਨ ਜਿਹੜਾ ਸੀ, ਜਿਹੜਾ ਗੁਰੂ ਅਰਜਨ ਦੇਵ ਜੀ ਦੇ ਕੋਲ ਹੀ ਪਲਦਾ ਪਿਆ ਸੀ, ਜਿਹਨੂੰ ਬੜਾ ਪਿਆਰ ਮਿਲਿਆ, ਤੇ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ, ਉਹ ਪੂਰੀ ਤਾਕਤ ਨੇ। ਔਰ ਮਿਹਰਬਾਨ ਵੀ ਆਪਣੀਆਂ ਸਾਖੀਆਂ ਦੇ ਵਿੱਚ ਐਸਾ ਕੁਝ ਲਿਖਦੇ ਨੇ, ਉਹਨਾਂ ਨੇ ਆਪਣੇ ਪਿਤਾ ਨੂੰ ਕੋਈ ਵੱਖਰੀ ਪਰੰਪਰਾ ਚੱਲੀ, ਆਪਣੇ ਪਿਤਾ ਨੂੰ ਗੁਰੂ ਦੱਸਣਾ, ਫਿਰ 6ਵੇਂ ਗੁਰੂ ਲਿਖਿਆ ਮੀਣਿਆਂ ਦਾ ਜੀ, 5ਵੇਂ ਗੁਰੂ ਉਹਨਾਂ ਨੇ ਵੀ ਲਿਖਿਆ ਜੀ। ਇਹ ਇੱਕ ਬਹੁਤ ਵੱਡੀਆਂ ਇਹਦੇ 'ਚ ਛੁਪੀਆਂ ਹੋਈਆਂ ਗੱਲਾਂ ਨੇ। ਦੂਜੇ ਪਾਸੇ ਜਿਹੜਾ ਚੰਦੂ ਸੀ, ਅਸੀਂ ਜਦੋਂ ਚੰਦੂ ਦੀ ਗੱਲ ਚੱਲਦੇ ਹਾਂ ਤੇ ਚੰਦੂ ਤਾਂ ਉਸ ਵੇਲੇ ਦੀ ਜਿਹੜੀ ਵਰਨ ਆਸ਼ਰਮ ਦੀ ਵੰਡ ਦਾ ਉਸ ਵੇਲੇ ਦਾ ਸਮਾਜ ਸੀ, ਉਹਦਾ ਇੱਕ ਪ੍ਰਤੀਕ ਦਿਖਾਈ ਦੇ ਰਿਹਾ। ਸਮਾਜ ਵੰਡਿਆ ਹੋਇਆ ਜੀ, ਜਾਤਾਂ ਪਾਤਾਂ 'ਚ ਵੰਡਿਆ ਪਿਆ, ਔਰ ਅਛੂਤਾਂ ਦੇ ਅੱਗੇ ਫਿਰ ਅਛੂਤ ਨੇ, ਉਹਨਾਂ ਦੇ ਵਿੱਚ ਅੱਗੇ ਫਿਰ ਛੋਟੇ 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 ਵੱਡਿਆਂ ਦਾ ਇੱਕ ਬਣਿਆ ਹੋਇਆ ਦਾਇਰਾ ਬਣਿਆ ਪਿਆ। ਉਹ ਬੜਾ ਭਿਅੰਕਰ ਵੰਡ ਬਣੀ ਪਈ ਹੈ। ਜਿਹੜਾ ਚੰਦੂ ਹੈ, ਚੰਦੂ ਕਲਾਨੌਰ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲਾ, ਇਹ ਉੱਥੋਂ ਦਾ ਮਾਲ ਅਫਸਰ ਹੈ ਲਾਹੌਰ ਦਾ ਜੀ। ਔਰ ਚੰਦੂ ਦੇ ਅੰਦਰ ਸਿਰਫ ਇਹ ਹੰਕਾਰ ਹੈ ਆਪਣਾ, ਉਹ ਵਰਨ ਆਸ਼ਰਮ ਚੋਂ ਉੱਠਿਆ ਹੋਇਆ ਨਿਕਲਿਆ ਹੋਇਆ ਹੰਕਾਰ ਸੀ। ਉਹ ਹੰਕਾਰ ਕਰਕੇ ਇਹ ਵੀ ਉਹਨਾਂ ਨੇ ਕਈ ਲਿਖਾਰੀਆਂ ਨੇ ਉਹਦੇ ਮੂੰਹ ਇਹ ਗੱਲ ਕਢਵਾਈ ਹੈ ਕਿ ਚਵਾਰੇ ਦੀ ਇੱਟ ਮੋਰੀ ਨੂੰ ਲਾਈ ਜੀ, ਤੋ ਵੀ ਹੰਕਾਰ ਦਾ ਹੀ ਪ੍ਰਤੀਕ ਹੈ ਸਾਰਾ। ਇਹ ਠੀਕ ਹੈ ਕਿ ਚੰਦੂ ਦੀ ਹਵੇਲੀ 'ਚ ਸਾਰਾ ਸੀਨ ਵਾਪਰਿਆ ਹੈ, ਚੰਦੂ ਇਹਦੇ 'ਚ ਬੜਾ ਵੱਡਾ ਉਹਦਾ ਬਣਿਆ ਕਾਰਨ ਬਣਿਆ, ਪਰ ਚੰਦੂ ਐਡਾ ਕੁਛ ਹੋਣ ਦੇ ਬਾਵਜੂਦ ਵੀ ਮੁੱਖ ਕਾਰਨ ਚੰਦੂ ਨਹੀਂ। ਅੱਛਾ ਜੀ, ਅਸਲ 'ਚ ਮੁੱਖ ਕਾਰਨ ਨਾ ਪਿਰਥੀਆ ਹੀ ਹੈ। ਠੀਕ ਹੈ, ਪਿਰਥੀਏ ਦੀ ਮਾੜੀ ਮੋਟੀ ਜੀ ਕੋਈ ਜੇ ਵੇਖਿਆ ਜਾਵੇ ਤਾਂ ਜਹਾਂਗੀਰ ਤੱਕ ਨੂੰ ਤਾਂ ਉਹਦੀ ਮੀਟਿੰਗ ਹੀ ਨਹੀਂ ਹੋਈ ਪਿਰਥੀਏ ਦੀ ਕਿਤੇ। ਅਸਲ 'ਚ ਇਸ ਤੇ ਮੁੱਖ ਕਾਰਨ ਜੇ ਅਸੀਂ ਵੇਖੀਏ ਨਾ, ਇੱਕ ਤਾਂ ਇਹ ਅਸੀਂ ਵੇਖਦੇ ਹਾਂ ਵੀ ਰਾਜਨੀਤਿਕ ਹਾਲਾਤ ਉਦੋਂ ਕਿੱਦਾਂ ਦੇ ਸਨ, ਕਿ ਉਹ ਉਸ ਵੇਲੇ ਗੁਰੂ ਘਰ ਦੇ ਅਨੁਕੂਲ ਸਨ ਜਾਂ ਖਿਲਾਫ ਸਨ ਜੀ। ਕਿਉਂਕਿ ਰਾਜਨੀਤਿਕ ਜਿਹੜੇ ਕਾਰਨ ਸੀ ਅਕਬਰ ਦੇ ਟਾਈਮ ਤੇ ਤਾਂ ਅਨੁਕੂਲ ਬਣੇ ਰਹੇ, ਸ਼ਿਕਾਇਤਾਂ ਤਾਂ ਉਦੋਂ ਇਹ ਬੜੇ ਜਿਹੜੇ ਉਲਟ ਸੀ ਨਾ ਉਹਨਾਂ ਦੀਆਂ, ਜਿਹੜੇ ਚਾਹੁੰਦੇ ਸੀ ਗੁਰੂਆਂ ਨੂੰ, ਉਹ ਉਹਨਾਂ ਨੂੰ ਬਰਦਾਸ਼ਤ ਨਹੀਂ ਸੀ ਹੋ ਰਹੀ। ਪਹਿਲੀ ਤੇ ਗੱਲ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਬਾਣੀ ਤੋਂ ਪ੍ਰਕਾਸ਼ਿਤ ਕਰ ਦਿੱਤਾ, ਆਦਿ ਗ੍ਰੰਥ ਬੀੜ ਦੇ ਵਿੱਚ ਬਾਣੀ ਪ੍ਰਗਟ ਹੋ ਗਈ। ਇਹ ਬਹੁਤ ਵੱਡੀ ਘਟਨਾ ਸੀ ਉਸ ਵਕਤ ਦੀ, ਆਦਿ ਬੀੜ ਪ੍ਰਗਟ ਹੋਈ ਆ, ਤੇ ਇਹ ਬੜੀ ਵੱਡੀ ਗੱਲ ਸੀ। ਭਗਤਾਂ ਨੇ ਕਈ ਵਾਰੀ ਡਿਬੇਟ ਚੱਲ ਪੈਂਦਾ,
ਭਗਤਾਂ ਨੂੰ ਗੁਰੂਆਂ ਦੇ ਭਗਤ ਗੁਰੂਆਂ ਦੇ ਬਰਾਬਰ ਹੀ ਨੇ, ਪਰ ਬੜਾ ਸਨਮਾਨ ਹੈ, ਪਰ ਗੁਰੂ ਤੇ ਗੁਰੂ ਹੀ ਮੰਨਣਾ ਪਊਗਾ, ਕਿਉਂਕਿ ਇਹ ਸਨਮਾਨ ਜਿਹੜਾ ਸੀ ਨਾ ਨਾਨਕ ਦੇ ਘਰ ਨੂੰ ਹੀ ਮਿਲਿਆ ਕਿ ਸਾਰੇ ਭਗਤਾਂ ਦੀ ਬਾਣੀ ਨੂੰ ਇਕੱਠਿਆਂ ਕੀਤਾ। ਭਗਤਾਂ ਦੀ ਆਪਣੀ ਬਾਣੀ ਵਿੱਚ ਕਿਸੇ ਦੂਜੇ ਭਗਤ ਦੀ ਬਾਣੀ ਨਹੀਂ ਜੀ। ਭਗਤ ਰਵਿਦਾਸ ਜੀ ਦੀ ਬਾਣੀ ਦੇ ਵਿੱਚ ਇੱਥੋਂ ਤੱਕ ਤਾਂ ਆ ਗਿਆ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆਂ ਮੇਰਾ ਮਾਥੇ ਛਤਰ ਤਰੇ, ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਇਹ ਨਾਮ ਤੇ ਆਇਆ ਕਿ ਨਾਮਦੇਵ ਕਬੀਰ ਤਿਲੋਚਨ ਸਦਨਾ ਸੈਣ ਤਰੇ, ਨਾਮ ਤੇ ਆ ਗਏ, ਪਰ ਇਹਨਾਂ ਦੀ ਬਾਣੀ ਤੇ ਨਹੀਂ ਆ ਸਕੀ ਵਿੱਚ। ਇਹ ਕਮਾਲ ਸੀ ਕਿ ਉਸ ਵਕਤ ਦੇ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਸ ਵੇਲੇ ਆਦ ਬੀੜ ਸੀ ਉਹ ਨਾਮ ਉਹਦੇ ਵਿੱਚ ਦਰਜ ਹੋ ਤੇ ਉਹਦੇ ਵਿੱਚ 11 ਭੱਟਾਂ ਦੀ ਬਾਣੀ ਵੀ ਆ ਗਈ, ਸਿੱਖਾਂ ਦੀ ਬਾਣੀ ਵੀ ਆ ਗਈ, 6 ਗੁਰੂਆਂ ਦੀ ਬਾਣੀ। ਇਹ ਇੱਕ ਬਹੁਤ ਵੱਡਾ ਉਸ ਸਮੇਂ ਦਾ ਇਨਕਲਾਬ ਸੀ ਤੇ ਇਹ ਹਜਮ ਨਹੀਂ ਸੀ ਹੋ ਰਿਹਾ। ਕਿਹਨਾਂ ਨੂੰ ਹਜਮ ਨਹੀਂ ਹੋ ਰਿਹਾ? ਹੁਣ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਟੁੱਟ ਰਹੀਆਂ ਨੇ। ਸਖੀ ਸਰਵਰਾਂ ਦਾ ਬੜਾ ਦਬਦਬਾ ਸੀ ਉਸ ਵੇਲੇ ਭਾਰਤ ਦੇ ਉੱਤੇ, ਤੇ ਸਖੀ ਸਰਵਰ ਦਾ ਪੰਜਾਬ ਤੇ ਬੜਾ ਪ੍ਰਭਾਵ ਸੀ। ਸਖੀ ਸਰਵਰਾਂ ਦਾ ਜਿਹੜਾ ਮੁੱਖ ਕਰਿੰਦਾ ਜਿਹੜਾ ਸੀ, ਮੁਖੀ ਸੀ, ਉਹ ਤੇ ਭਾਈ ਲੰਗਾ ਸੀ ਜੀ, ਜਿਹੜਾ 84 ਪਿੰਡਾਂ ਦਾ ਉਸ ਵੇਲੇ ਚੌਧਰੀ ਸੀ। 84 ਭਾਈ ਲੰਗਾ ਇਹ ਮਾਝੇ ਦੇ ਵਿੱਚ ਇਹ ਉਹਨਾਂ ਦਾ ਸੀ, ਤੇ ਸਖੀ ਸਰਵਰਾਂ ਦਾ ਦੁਆਬੇ ਦੇ ਵਿੱਚ ਜਿਹੜਾ ਸੀ ਉਹ ਭਾਈ ਮੰਝ ਸੀ। ਮਾਲਵੇ ਦੇ ਵਿੱਚ ਸਖੀ ਸਰਵਰਾਂ ਦਾ ਜਿਹੜਾ ਮੇਨ ਸਖੀ ਸਰਵਰ ਦੀ ਲਹਿਰ ਨੂੰ ਅੱਗੇ ਚੱਲਿਆ ਭਾਈ ਬਹਿਲੋ ਸੀ, ਫਫੜੇ ਭਾਈ ਕਿਆਂ ਤੋਂ, ਤੇ ਮਾਲਵਾ ਮਾਝਾ ਦੁਆਬਾ ਇਹ ਸਾਰੇ। ਪਰ ਇਹ ਜਿਹੜੇ ਸਖੀ ਸਰਵਰੀ ਸਨ ਇਹ ਤੇ ਗੁਰੂ ਘਰ ਨਾਲ ਜੁੜ ਗਏ ਜੀ, ਇਹ ਸਿੱਖ ਸੱਜ ਗਏ, ਇਹ ਸਿੱਖ ਆ ਗਏ, ਇਹ ਗੁਰੂ ਦੀ ਜੋਤ ਨਾਲ ਜੁੜ ਗਏ। ਬੜੇ ਵੱਡੇ ਕਾਰਨ ਵੀ ਬਣ ਗਏ। ਇਹ ਬਹੁਤ ਸਖੀ ਸਰਵਰ ਜਿਹੜੇ ਸੀ, ਸਖੀ ਸਰਵਰ ਜਿਹੜੇ ਸੀ ਉਹਨਾਂ ਦੀ ਇੱਕ ਜਥੇਬੰਦਕ ਜਮਾਤ ਸੀ ਜਿਹੜੇ ਕਿ ਵੀਰਵਾਰੋਂ ਮੀਟਿੰਗ ਕਰਦੇ ਸਨ ਆਪਣੀ, ਔਰ ਸ਼ੁੱਕਰਵਾਰ ਨੂੰ ਆਪਣੀ ਨਮਾਜ਼ ਅਦਾ ਕਰਦੇ ਸਨ। ਉਹਨਾਂ ਦੇ ਅੰਦਰ ਤੇ ਫਿਰ ਸੀ ਨਾ ਕੋਈ ਚੀਜ਼ ਰਹਿ ਗਈ, ਭਾਵੇਂ ਇਹ ਬੜਾ ਸੌਫਟ ਜਿਹਾ ਫਿਰਕਾ ਹੈ, ਕਿਉਂਕਿ ਇਹਨਾਂ ਵਿੱਚ ਪੀਰ ਲਾਲਾਂ ਵਾਲਾ, ਪੀਰ ਲਖਦਾਤਾ, ਪੀਰ ਨਗਾਈਆ, ਪੀਰ ਮੁਲਤਾਨੀ, ਇਹ ਜਿਹੜੇ ਜਿਹਨਾਂ ਜੋ ਕੁਝ ਵੀ ਹੈਗਾ ਹੈ ਨਾ, ਇਹ ਭਾਵੇਂ ਬੜਾ ਸੌਫਟ ਸਖੀ ਸਰਵਰ ਪੀਰਾਂ ਦਾ, ਇਹ ਸਾਰੇ ਫਿਰਕੇ ਭਾਵੇਂ ਕਿੰਨੇ ਵੀ ਸੌਫਟ ਨੇ, ਸੌਫਟ ਕਾਰਨਰਡ ਨੇ, ਪਰ ਇਹਨਾਂ ਦੇ ਪ੍ਰਭਾਵ ਤਾਂ ਜਾ ਰਿਹਾ ਸੀ ਨਾ ਇਸ ਗੱਲ ਦਾ। ਇਹ ਇੱਕ ਤਾਂ ਇਸ ਗੱਲ ਨੂੰ ਤੁਸੀਂ ਆਪਣੇ ਧਿਆਨ 'ਚ ਬਿਠਾ ਲਓ ਜੀ। ਦੂਜਾ, ਇਸਲਾਮ ਦੇ ਵਿੱਚ ਨਕਸ਼ਬੰਦੀਆਂ ਦਾ ਫਿਰਕਾ ਸੀ ਜਿਹਦਾ ਮੁਖੀ ਸੀ ਅਹਿਮਦ ਸ਼ਾਹ ਸਰਹੱਦੀ ਜੀ, ਔਰ ਅਹਿਮਦ ਸ਼ਾਹ ਸ਼ੇਖ ਅਹਿਮਦ ਸਰਹੱਦੀ। ਸ਼ੇਖ ਅਹਿਮਦ ਸਰਹੱਦੀ ਜਿਹੜਾ ਸੀ ਇਹਦੇ ਨਾਲ ਹੋਰ ਵੀ ਬੜੇ ਰਲੇ, ਮੁਰਤਜ਼ਾ ਖਾਨ ਜਿਹੜਾ ਬਾਅਦ 'ਚ ਬਣਿਆ, ਤੇ ਇਹ ਸਾਰੇ ਜਿਹੜੇ ਨਾਲ ਰਲ ਕੇ ਇਹਨਾਂ ਦੀ ਜਦੋਂ ਵੇਖਿਆ ਨਾ ਕਿ ਅਕਬਰ ਨੂੰ ਇਹਨਾਂ ਨੇ ਥੋੜਾ ਜਿਹਾ ਵੇਖਿਆ ਕਿ ਅਕਬਰ ਖੁਸਰੋ ਨੂੰ ਅੱਗੇ ਲਿਆਉਣ ਦੇ ਚੱਕਰ 'ਚ ਫਿਰਦਾ ਸੀ। ਖੁਸਰੋ ਨੂੰ ਉਹਦੀ ਨਜ਼ਰਾਂ 'ਚ ਜਹਾਂਗੀਰ ਇਹਨਾਂ ਲਾਇਕ ਨਹੀਂ ਸੀ, ਪਰ ਇਹਨਾਂ ਨੂੰ ਪਤਾ ਸੀ ਕਿ ਖੁਸਰੋ ਆਪਣੇ ਦਾਦੇ ਦੇ ਸੁਭਾਅ ਵਰਗਾ ਸੀ, ਕਿਉਂਕਿ ਅਕਬਰ ਨੇ ਦੀਨੇ ਇਲਾਹੀ ਚਲਾਇਆ ਹੋਇਆ ਸੀ। ਅਕਬਰ ਚਾਹੁੰਦਾ ਸੀ ਕਿ ਦੀਨੇ ਇਲਾਹੀ ਦੇ ਰਾਹੀਂ ਮੈਂ ਇਸਲਾਮ ਦੀਆਂ ਜੜ੍ਹਾਂ ਮਜ਼ਬੂਤ ਕਰਾਂ। ਖੁਸਰੋ ਆਪਣੇ ਦਾਦੇ ਨਾਲ ਮੇਲ ਖਾਂਦਾ ਸੀ। ਇਹਨਾਂ ਦੇ ਅੰਦਰ ਇੱਕ ਖਿਆਲ ਸੀ, ਇਹਨਾਂ ਨੇ ਜਾਣ ਬੁੱਝ ਕੇ ਜਹਾਂਗੀਰ ਨੂੰ ਅੱਗੇ ਲਿਆਂਦਾ। ਇਸ ਨਕਸ਼ਬੰਦੀਆਂ ਨੇ, ਇਹਨਾਂ ਨੇ ਸਾਰੀ ਇੱਕ ਸੋਚ ਸੀ ਇਕੱਠੀ ਹੋ ਕੇ। ਤੁਹਾਨੂੰ ਪਤਾ ਵੀ ਨਕਸ਼ਬੰਦੀਆਂ ਦੀ ਜਿਹੜੀ ਸੋਚ ਇਹ ਆ ਕਿ ਮੁਸਲਮਾਨ ਹੀ ਹੁੰਦਾ ਬਸ, ਹੋਰ ਨਹੀਂ ਕੋਈ ਸੋਚ ਹੋ ਸਕਦਾ ਉਹਦੇ 'ਚ, ਕੋਈ ਦੂਜੇ ਦੇ ਕੋਈ ਹੋਰ ਗੱਲ ਨਹੀਂ ਉਹਨੂੰ ਕੋਈ, ਤੇ ਬਾਕੀ ਜਿਹੜਾ ਦੂਜਾ ਹੀ ਆ। ਇਹ ਅਨੇਕਤਾ ਦੇ ਉਸ ਵਿਚਾਰ ਨੂੰ ਮੰਨਦੇ ਹੀ ਨਹੀਂ ਹੈਗੇ ਵੀ ਉਸ ਅਨੇਕਤਾ ਦੇ ਵਿੱਚ ਏਕਤਾ ਦੇ ਉਸ ਨੂੰ ਵੇਖਣਾ। ਇਸੇ ਸੋਚ 'ਚੋਂ ਤਾਂ ਭਾਰਤ 'ਚੋਂ ਪਾਕਿਸਤਾਨ ਪੈਦਾ ਹੋਇਆ ਜੀ। ਇਹਦਾ ਕਿਉਂਕਿ ਬਾਲਣ ਤੇ ਪਹਿਲਾਂ ਹੀ ਮੌਜੂਦ ਆ, ਅੰਗਰੇਜ਼ਾਂ ਨੇ ਤਾਂ ਚਿੰਗਾਰੀ ਲਾਈ ਆਪਣਾ ਕੰਮ ਚਲਾ ਲਿਆ। ਸਤਾ ਜਿਹੜੀ ਮੌਕੇ ਤੇ ਕਰਦੀ ਆ ਉਹ ਬਾਲਣ ਪਹਿਲਾਂ ਬਣਿਆ ਹੁੰਦਾ, ਉਹ ਮੌਕੇ ਦੇ ਉੱਤੇ ਅੱਗ ਲਾਉਂਦੀ, ਪਾਂਪੜ ਮਚਾਉਂਦੀ, ਆਪਣੀਆਂ ਰੋਟੀਆਂ ਸੇਕ ਕੇ ਲਾਮੇ ਹੋ ਜਾਂਦੀ ਜੀ। ਇਹ ਤੱਤ ਪਹਿਲਾਂ ਸਮਾਜ ਦੇ ਵਿੱਚ ਮੌਜੂਦ ਹੁੰਦੇ ਨੇ, ਤੇ ਨਕਸ਼ਬੰਦੀਆਂ ਦੇ ਅੰਦਰ ਇਹ ਖਿਆਲ ਪਹਿਲਾਂ ਭਰਿਆ ਪਿਆ ਸੀ। ਔਰ ਉਹਨਾਂ ਨੇ ਜਹਾਂਗੀਰ ਨੂੰ ਕਿਸੇ ਢੰਗ ਨਾਲ ਇਹ ਕਹਿ ਕੇ ਮਨਾ ਕੇ ਪਹਿਲਾਂ ਵੀ ਤੂੰ ਇਸਲਾਮ ਦੀ ਕੱਟੜ ਤਰੀਕੇ ਦੇ ਨਾਲ ਸੇਵਾ ਕਰਨੀ ਆ, ਤੇ ਉਹਨੂੰ ਕਹਿ ਕੇ ਤੇ ਉਹਨੂੰ ਅੱਗੇ ਲੈ ਜਾਂਦਾ, ਤੇ ਹੁਣ ਉਹ ਤਾਂ ਰਿਣੀ ਸੀ ਇਹਨਾਂ ਦਾ ਜੀ। ਇਸ ਕਰਕੇ ਇਹ ਇੱਕ ਬਹੁਤ ਵੱਡਾ। ਦੂਜਾ, ਫਿਰ ਤੁਸਕੇ ਜਹਾਂਗੀਰ ਦੇ ਵਿੱਚ ਉਹ ਆਪ ਹੀ ਤੇ ਲਿਖਦਾ ਹੈ, ਜਹਾਂਗੀਰ ਆਪਣੀ ਨਫ਼ਰਤ ਨੂੰ ਖੁਦ ਹੀ ਪ੍ਰਗਟ ਕਰਦਾ ਗੁਰੂ ਅਰਜਨ ਦੇਵ ਜੀ ਨਾਲ ਜਿਹਦੀ ਨਫ਼ਰਤ ਹੈ, ਕਿਉਂਕਿ ਉਹ ਆਪ ਹੀ ਕਹਿੰਦਾ ਵੀ ਇੱਕ ਕੁਛ ਹਿੰਦੂ ਇਹਨਾਂ ਨੂੰ ਆਪਣਾ ਗੁਰੂ ਮੰਨਦੇ ਨੇ, ਤੇ ਜਾਹਲ ਕਿਸਮ ਦੇ ਕੁਛ ਮੁਸਲਮਾਨ ਵੀ ਇਹਨਾਂ ਨੂੰ ਆਪਣਾ ਪੀਰ ਮੰਨਣ ਲੱਗੇ ਨੇ, ਔਰ ਮੈਂ ਇਸ ਦੁਕਾਨ ਨੂੰ ਜਲਦ ਤੋਂ ਜਲਦ ਬੰਦ ਕਰਾਉਣਾ ਅੰਦਰੋਂ ਚਾਹੁੰਦਾ। ਇਹ ਤਾਂ ਉਹ ਚਾਹੁੰਦਾ ਸੀ, ਉਹਦੇ ਅੰਦਰ ਇਹ ਭਰੀ ਪਈ ਸੀ ਗੱਲ ਵੀ ਕੋਈ ਬਹਾਨਾ ਬਣੇ, ਕੋਈ ਕਾਰਨ ਬਣੇ, ਮੈਂ ਕੋਈ ਐਸਾ ਤਰੀਕਾ ਚਲਾਵਾਂ ਇਸ ਦੁਕਾਨ ਨੂੰ ਕਿਸੇ ਤਰੀਕੇ ਨਾਲ ਮੈਂ ਬੰਦ ਕਰਾਂ ਜੀ। ਇਹ ਬੜੀ ਵੱਡੀ ਇੱਕ ਗੱਲ ਸੀ। ਇਹ ਬੜੇ ਵੱਡੇ ਕਾਰਨ ਸਨ ਛਿਪੇ ਹੋਏ,
ਬਹੁਤ ਵੱਡੇ ਅਸੀਂ ਵੀ ਜਿੰਨੀ ਦੇਰ ਤੱਕ ਉਸ ਸਮੇਂ ਦੇ ਰਾਜਨੀਤਿਕ ਕਾਰਨਾਂ ਤੇ ਆਪਾਂ ਝਾਤ ਨਹੀਂ ਪਾਉਂਦੇ ਉਨੀ ਦੇਰ ਤੱਕ ਸ਼ਹਾਦਤ ਦੇ ਮੁੱਖ ਕਾਰਨ ਲੁਕੇ ਰਹਿਣਗੇ। ਬਿਲਕੁਲ ਲੁਕੇ ਰਹਿਣਗੇ। ਉਹਦੇ ਰਾਜਨੀਤਿਕ ਕਾਰਨ, ਉਹਦੇ ਸਮਾਜਿਕ ਕਾਰਨ, ਉਸ ਵੇਲੇ ਦੇ ਧਾਰਮਿਕ ਤਾਣੇ ਬਾਣੇ ਦੇ ਕਾਰਨ, ਉਸ ਵੇਲੇ ਦੇ ਆਰਥਿਕ ਪਾੜੇ ਦੇ ਕਾਰਨ। ਕਿ ਆਰਥਿਕ ਪਾੜਾ ਕਿਵੇਂ ਬਣਿਆ ਪਿਆ, ਤੁਸੀਂ ਕਿਸੇ ਨੂੰ ਕਮਜ਼ੋਰ ਕਰਕੇ ਹੀ ਉਹਦੇ ਤੇ ਰਾਜ ਕਰ ਸਕਦੇ ਹੋ ਨਾ। ਕੁਝ ਧਿਰਾਂ ਕਮਜ਼ੋਰ ਰਹਿੰਦੀਆਂ ਨੇ ਤਾਂ ਤੁਸੀਂ ਤੇ ਰਾਜ ਕਰਦੇ ਹੋ, ਪਰ ਸਿੱਖੀ ਤਾਂ ਕਿਸੇ ਨੂੰ ਕਮਜ਼ੋਰ ਨਹੀਂ ਕਰਦੀ। ਸਿੱਖੀ ਤਾਂ ਸ਼ਕਤੀ ਬਖਸ਼ਦੀ। ਇਹ ਤਾਂ ਕਿ ਆਉਂਦਾ ਨਹੀਂ, ਇਨ ਗਰੀਬ ਸਿੱਖਣ ਕੋ ਦੇਊਂ ਮੈਂ ਪਾਤਸ਼ਾਹੀ ਜੀ। ਹੁਣ ਉਹ ਉਹਨਾਂ ਨੇ ਤਾਂ ਰੱਖਣਾ ਸੀ ਜਿੱਥੇ ਜਿੱਥੇ ਰੱਖਣਾ। ਉਹ ਸਾਰੇ ਉਸ ਢਾਂਚੇ ਦੇ ਉੱਤੇ ਚੋਟ ਕਰਦੀ ਪਈ ਸੀ ਗੁਰਬਾਣੀ, ਉਸ ਢਾਂਚੇ ਦੇ ਉੱਤੇ ਚੋਟ ਹੋ ਰਹੀ ਸੀ। ਤੇ ਗੁਰੂ ਅਰਜਨ ਦੇਵ ਜੀ ਨੇ ਜਿਸ ਵੇਲੇ ਗੁਰੂ ਗ੍ਰੰਥ ਤੋਂ ਜਿਹੜਾ ਆਦਿ ਬੀੜ ਨੂੰ ਸੰਪਾਦਨ ਕੀਤਾ ਹੈ, ਇਹ ਇਹਨਾਂ ਦੇ ਆ ਕੇ ਬਹੁਤ ਭਾਰੀ ਇੱਕ ਸੱਟ ਵੱਜ ਰਹੀ ਸੀ ਇਹਦੇ ਦਿਲ ਦੇ ਉੱਤੇ। ਬੜਾ ਭਿਅੰਕਰ ਅਸਰ ਹੋ ਰਿਹਾ ਸੀ ਵੀ ਇਹ ਕੀ ਬਣਿਆ ਪਿਆ। ਇਹਦੇ ਬਾਕੀ ਦੇ ਅਸੀਂ ਜਿਹੜੇ ਕੁਛ ਐਸੇ ਵਿਦਵਾਨ ਜੀ ਰਹੇ ਨੇ, ਮੈਂ ਵੈਸੇ ਬੇਨਤੀ ਕਰਾਂਗਾ ਵਿਦਵਾਨਾਂ ਨੂੰ ਕਿ ਉਹ ਬਹੁਤ ਆਪਸ ਵਿੱਚ ਨਾ ਉਲਝਿਆ ਕਰਨ, ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ ਔਰ ਬਹੁਤ ਗਹਿਰਾਈ ਦੇ ਨਾਲ ਸਾਨੂੰ ਪੜ੍ਹਨਾ ਚਾਹੀਦਾ। ਸਾਨੂੰ ਹਰ ਤਰ੍ਹਾਂ ਦੇ ਲਿਖਾਰੀ ਨੂੰ ਪੜ੍ਹਨਾ ਚਾਹੀਦਾ। ਇੱਦਾਂ ਇਹ ਨਹੀਂ ਕਿ ਅਸੀਂ ਇੱਕ ਥਾਂ ਤੇ ਬੈਠੇ ਰਹੀਏ ਵੀ ਇੱਕ ਨੂੰ ਨਹੀਂ ਪੜ੍ਹਨਾ, ਬਲਕਿ ਜੇ ਮਿਹਰਬਾਨ ਦੀ ਕੋਈ ਸਾਖੀ ਹੈ ਤੇ ਕਈ ਕਹਿੰਦੇ ਮੀਣਿਆਂ ਦੀ ਸਾਖੀ ਅਸੀਂ ਕਿਉਂ ਪੜ੍ਹਨੀ, ਪੜ੍ਹੋ। ਤੁਹਾਨੂੰ ਕਈ ਗੱਲਾਂ ਭਾਈ ਬਾਲੇ ਦੀ ਸਾਖੀ ਨੂੰ ਵਧੀਆ ਉਹ 'ਚ ਮਿਲ ਜਾਣਗੀਆਂ ਜੀ। ਇਤਿਹਾਸ ਨੂੰ ਪੂਰਾ ਪੜ੍ਹੋ। ਤੁਸੀਂ ਅੰਗਰੇਜ਼ ਵੀ ਉਦੋਂ ਆ ਚੁੱਕੇ ਸੀ, ਕਈ ਅੰਗਰੇਜ਼ ਇਤਿਹਾਸਕਾਰ ਉਸ ਵੇਲੇ ਹੈਗੇ ਨੇ, ਉਹਨਾਂ ਨੂੰ ਤੁਸੀਂ ਪੜ੍ਹ ਲਓ। ਬਹੁਤ ਤੁਹਾਨੂੰ ਚੀਜ਼ਾਂ ਤੋਂ ਮੈਟੀਰੀਅਲ ਇਕੱਠਾ ਕਰਕੇ ਉਸ ਵੇਲੇ ਦੇ ਸ਼ਹਾਦਤ ਦੇ ਕਾਰਨਾਂ ਦਾ ਸਹੀ ਤੁਹਾਡੇ ਅੱਗੇ ਨਕਸ਼ਾ ਉੱਭਰ ਆਊਗਾ। ਇਹ ਬਹੁਤ ਵੱਡਾ ਭਾਰਤ ਦੀ ਸਰਜ਼ਮੀਨ ਦੇ ਉੱਤੇ ਸ਼ਹਾਦਤ ਦਾ ਇੱਕ ਸਿਖਰ ਸੀ ਇਹ ਜਿਹੜਾ ਵਾਪਰ ਰਿਹਾ ਸੀ ਉਸ ਵੇਲੇ। ਉਹਨਾਂ ਦੇ ਪਿੱਛੇ ਬੜੇ ਵੱਡੇ ਵੱਡੇ ਕਾਰਨ ਛਿਪੇ ਪਏ ਸਨ। ਇਸ ਨੂੰ ਛੋਟੇ ਜਿਹੇ ਘਰੇਲੂ ਕਲੇਸ਼ ਨਾਲ ਜੋੜ ਦੇਣਾ, ਛੋਟੀਆਂ ਜਿਹੀਆਂ ਗੱਲਾਂ ਨਾਲ ਜੋੜ ਕੇ ਇਹਨੂੰ ਅੱਗੇ ਪੇਸ਼ ਕਰ ਦੇਣਾ, ਏਡੀ ਵੱਡੀ ਮਹਾਨ ਸ਼ਹਾਦਤ ਨੂੰ ਅਸੀਂ ਸਾਨੂੰ ਨਹੀਂ, ਮੈਂ ਚਾਹੁੰਦਾ ਵੀ ਇਹਦੇ ਤੇ ਸਾਨੂੰ ਅਜੇ ਹੋਰ ਲੋੜ ਹੈ ਖੋਜ ਕਰਨ ਦੀ, ਤੇ ਆ ਕਿ ਅਸੀਂ ਜਾਣ ਸਕੀਏ ਕਿ ਇਹ ਸੋਚ ਉਹ ਜਿਹੜੀ ਹੁਣ ਤੱਕ ਵੀ ਤੁਹਾਡਾ ਪਿੱਛਾ ਕਰਦੀ ਵੀ, ਕਹਿ ਲਈਏ ਵੀ ਹਕੂਮਤ ਤੋਂ ਸੋਚ ਨੂੰ ਮਾਰਨਾ ਚਾਹੁੰਦੀ ਸੀ। ਹਾਂ, ਉਸ ਹਕੂਮਤ ਦੇ ਅੰਦਰ ਤੇ ਤਕਲੀਫ ਸੀ, ਉਹਦੇ ਅੰਦਰ ਤੇ ਬਣਿਆ ਹੋਇਆ ਸੀ, ਬਹਾਨਾ ਕੋਈ ਲੱਭ ਨਹੀਂ ਸੀ ਰਿਹਾ, ਕਾਰਨ ਕੋਈ ਬਣਦਾ ਨਹੀਂ ਸੀ। ਜੇ ਆਪਾਂ ਇਹ ਦੇਖੋ ਕਿ ਉਸ ਵੇਲੇ ਖੁਸਰੋ ਦਾ ਬਹਾਨਾ ਲੱਭਿਆ, ਕਿਉਂਕਿ ਖੁਸਰੋ ਅਕਬਰਾਬਾਦ ਕਿਲੇ ਤੋਂ ਉਸਨੇ ਬਗਾਵਤ ਕੀਤੀ ਹੈ ਜੀ। ਉੱਥੋਂ ਖੁਸਰੋ ਬਗਾਵਤ ਕਰਕੇ ਨਿਕਲਿਆ। ਜਦੋਂ ਬਗਾਵਤ ਕਰਕੇ ਖੁਸਰੋ ਉੱਥੋਂ ਚੱਲਿਆ ਹੈ ਗੋਇੰਦਵਾਲ, ਪਹਿਲਾਂ ਰਸਤੇ 'ਚ ਥਾਨੇਸ਼ਵਰ, ਉਹ ਥਾਨੇਸ਼ਵਰ ਇੱਕ ਉੱਥੇ ਮਿਲਿਆ, ਉੱਥੇ ਇੱਕ ਐਸੇ ਪੀਰ ਨੂੰ, ਨਿਜ਼ਾਮ ਥਾਨੇਸ਼ਵਰ ਨੂੰ, ਤੇ ਉਹਨੇ ਦੁਆ ਵੀ ਕੀਤੀ ਉਹਦੇ ਲਈ। ਉਹ ਧਾਰਮਿਕ ਬੰਦਾ ਸੀ। ਥਾਨੇਸ਼ਵਰ ਤੋਂ ਬਾਅਦ ਉਹ ਅੱਗੇ ਗੋਇੰਦਵਾਲ ਵਧਿਆ, ਪੱਤਨ ਟੱਪ ਕੇ ਉਹ ਲਾਹੌਰ ਵੱਲ ਗਿਆ। ਜਦੋਂ ਲਾਹੌਰ ਵੱਲ ਉਹ ਦਾਖਲ ਹੋਣ ਲੱਗਾ ਸੀ, ਲਾਹੌਰ ਦੇ ਗਵਰਨਰ ਨੇ ਰੋਕ ਦਿੱਤਾ ਉੱਥੋਂ ਦਾਖਲ ਹੋਣ ਤੋਂ, ਤੇ ਫਿਰ ਉਹ ਚਨਾਹ ਵੱਲ ਚਲਾ ਗਿਆ। ਤੇ ਚਨਾਹ ਦੇ ਵਿੱਚ ਕਿਉਂਕਿ ਮਗਰ ਇਹ ਆ ਰਿਹਾ ਸੀਗਾ ਮੁਰਤਜ਼ਾ ਖਾਨ, ਇਹ ਆਪਣੀਆਂ ਫੌਜਾਂ ਲੈ ਕੇ ਨੇ ਕਿ ਚਨਾਹ ਤੋਂ, ਕਿਉਂਕਿ ਚਨਾਹ ਤੋਂ ਪਾਰ ਕਰਨ ਨੂੰ ਟਾਈਮ ਲੱਗਣਾ ਸੀ, ਇਹਨੇ ਉੱਥੇ ਗ੍ਰਿਫਤਾਰ ਕਰ ਲਿਆ ਉਸਨੂੰ, ਖੁਸਰੋ ਨੂੰ। ਗ੍ਰਿਫਤਾਰ ਕਰਨ ਤੋਂ ਬਾਅਦ ਪਿੱਛੇ ਜਹਾਂਗੀਰ ਵੀ ਤੁਰਿਆ ਆਉਂਦਾ ਇਹਦੇ ਮਗਰ 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 ਮਗਰ, ਉਹ ਵੀ ਉਸੇ ਰਸਤੇ ਤੁਰਿਆ ਆਉਂਦਾ ਔਰ ਲਾਹੌਰ ਪਹੁੰਚ ਗਿਆ ਜਹਾਂਗੀਰ ਵੀ। ਜਹਾਂਗੀਰ ਖੁਸਰੋ ਨੂੰ ਲਿਆਂਦਾ ਗਿਆ। ਖੁਸਰੋ ਨੂੰ ਉਸ ਵਕਤ ਉਹਦੇ ਨਾਲ ਜਿਹੜੇ ਸਹਾਇਕ ਨੇ, ਉਹਨੂੰ ਇੱਕ ਨੂੰ ਤਾਂ ਬਲਦ ਦੀ ਖਲ ਦੇ ਵਿੱਚ ਮੜਿਆ ਜੀ, ਉਹ ਹਸਨ ਬੇਗ ਨੂੰ, ਜਿਹੜਾ ਉਹਦਾ ਸਹਾਇਕ ਸੀ। ਇੱਕ ਦੂਸਰਾ ਸੀਗਾ ਉਹਦਾ ਦੂਸਰਾ ਸਹਾਇਕ ਜਿਹੜਾ ਸੀ, ਉਸ ਨੂੰ ਉਹਨਾਂ ਨੇ ਖੋਤੇ ਦੀ ਖਲ ਦੇ ਵਿੱਚ ਮੜ ਕੇ ਉਸ ਨੂੰ, ਉਹਨਾਂ ਨੂੰ ਉਸ ਵੇਲੇ ਦਾ ਸਜ਼ਾ ਦਿੱਤੀ। ਪਰ ਖੁਸਰੋ ਦੀਆਂ ਅੱਖਾਂ ਸਿਉਂ ਦਿੱਤੀਆਂ ਕਿ ਅੰਨਾ ਕਰ ਦਿੱਤਾ ਗਿਆ, ਬਾਅਦ ਖੁਸਰੋ ਮਰ ਗਿਆ। ਬੜੀ ਭਿਅੰਕਰ ਕਿਸਮ ਦੇ ਤਸੀਹੇ ਸੀ ਇਹ ਦਿੱਤੇ ਗਏ। ਪਰ ਜਿਹੜਾ ਸੀ, ਪਰ ਕਿੱਥੇ ਹੁਣ ਇੱਥੇ ਗੱਲ ਵਿਚਾਰਨ ਵਾਲੀ ਇਹ ਚੱਲ ਪੈਂਦੀ ਆ ਕਿ 21 ਦਿਨ ਜਹਾਂਗੀਰ ਬੈਠਾ ਰਿਹਾ ਪੰਜਾਬ 'ਚ ਆ ਕੇ। 21 ਦਿਨ 'ਚ ਗੁਰੂਆਂ ਦੇ ਖਿਲਾਫ ਉਹਦੇ ਕੋਲ ਕੋਈ ਸ਼ਿਕਾਇਤ ਨਹੀਂ ਆਈ। ਔਰ ਜਹਾਂਗੀਰ ਲਾਹੌਰ ਤੋਂ ਵਾਪਸ ਪਰਤਣ ਵਾਲਾ ਜੀ, ਮੁੜਨ ਵਾਲਾ ਸੀ ਹੁਣ, ਔਰ ਵਾਪਸ ਜਾਣ ਲੱਗਾ। ਤੇ ਇਹ ਜਿਹੜੀ ਸੋਚ ਚੱਲਦੀ ਪਈ ਸੀ, ਚਾਹੇ ਉਹ ਨਕਸ਼ਬੰਦੀਆਂ ਦੀ ਸੋਚ ਸੀ, ਚਾਹੇ ਉਹਦੇ ਵਿੱਚ ਬਹੁਤ ਕਈ ਸੋਚਾਂ ਛੁਪੀਆਂ ਹੋਈਆਂ ਨੇ, ਕੋਈ ਸਮਾਜਿਕ ਤਾਣਾ ਬਾਣਾ ਛੁਪਿਆ ਹੋਇਆ, ਤੇ ਉਹਨਾਂ ਦੇ ਅੰਦਰ ਇਹ ਸੀ ਵੀ ਸਾਡਾ ਅਸਲ ਜਿਹਨੂੰ ਅਸੀਂ ਮੁਕਾਉਣਾ ਚਾਹੁੰਦੇ ਆ, ਗੁਰੂ ਅਰਜਨ ਦੇਵ, ਉਹਦੇ ਤੱਕ ਤੇ ਗੱਲ ਅਪੜੇ ਨਹੀਂ ਰਹੀ। ਕਿਉਂਕਿ ਜੇ ਅਸੀਂ ਕਹਿੰਦੇ ਆ ਵੀ ਗੁਰੂ ਅਰਜਨ ਦੇਵ ਜੀ ਦੇ ਕੋਲ ਖੁਸਰੋ ਆਇਆ, ਤੇ ਇਹ ਜੇ ਕਿਤੇ ਖੁਸਰੋ ਆਉਣਸਾਰ ਹੁੰਦਾ ਤੇ ਸਭ ਤੋਂ ਪਹਿਲਾਂ ਖੁਸਰੋ ਦੀ ਇਹ ਖਬਰ ਉਹਨਾਂ ਕੋਲ ਅੱਗ ਵਾਂਗੂ ਪਹਿਲਾਂ ਉਹਦੇ ਕੋਲ ਪਹੁੰਚਾਉਂਦੇ ਇਹ ਲੋਕ। ਤੇ ਉਹ ਮੀਟਿੰਗ ਨਹੀਂ ਕਿਤੇ ਹੋਈ। ਇਤਿਹਾਸਕ ਤੌਰ ਤੇ ਇਹਦਾ ਕੋਈ ਐਸਾ ਪ੍ਰਮਾਣ ਦਿਖਾਈ ਨਹੀਂ ਦੇ ਰਿਹਾ। ਪਰ ਬਹੁਤਾਤ ਇਹ ਕਹਿੰਦੇ ਕਿ ਖੁਸਰੋ ਨੇ ਗੁਰੂ ਘਰ ਦੇ ਵਿੱਚ ਆ ਕੇ ਆਇਆ।
ਚਲੋ ਜੇ ਆ ਵੀ ਗਿਆ ਮੰਨ ਲਓ ਜੇ ਅਸੀਂ ਕਹਿ ਵੀ ਦਿੰਦੇ ਆ ਤਾਂ ਆਇਆ ਤੇ ਉੱਥੇ ਗੁਰੂ ਨੇ ਉਹਦੇ ਕੋਈ ਖਾਸ ਵੱਡਾ ਉਹਦੇ ਚ ਰੋਲ ਨਹੀਂ ਹੈਗਾ। ਗੁਰੂਆਂ ਦੇ ਇਹ ਵੀ ਆਇਆ ਵੀ ਕੋਈ ਕਈਆਂ ਦੇ ਵਿਚਾਰ ਆਉਂਦਾ ਵੀ ਸ਼ਾਇਦ ਉਹ ਗੁਰੂਆਂ ਦੇ ਕੋਲੋਂ ਲੰਘ ਗਿਆ ਹੋਵੇ, ਪਰ ਉਹ ਲੰਘ ਗਿਆ ਹੈ ਤੇ ਉਹਦੇ ਚ ਗੁਰੂਆਂ ਦਾ ਕੋਈ ਬਹੁਤ ਵੱਡਾ ਰੋਲ ਨਹੀਂ ਸੀ ਖੁਸਰੋ ਦੇ ਕੰਮ ਚ। ਮੇਰਾ ਮਤਲਬ ਗੁਰੂ ਨਾਨਕ ਦੇ ਘਰ ਦੇ ਵਿੱਚ ਬੜੀ ਦੁਨੀਆ ਆਉਂਦੀ ਹੈ, ਦੁਨੀਆ ਆਉਂਦੀ ਆ ਕੇ ਚਲੀ ਗਈ, ਉਹਦੇ ਚ ਗੁਰੂ ਦਾ ਕੋਈ ਉਹਦੇ ਚ ਖੁਸਰੋ ਦੇ ਕੋਈ ਵਿਸ਼ੇਸ਼ ਰੋਲ ਦਿਖਾਈ ਨਹੀਂ ਦਿੱਤਾ। ਤੇ ਪਰ ਸਹਾਇਤਾ ਕਰਨ ਦਾ ਦੋਸ਼ ਤੇ ਲਾਇਆ ਗਿਆ ਨਹੀਂ। ਅੱਗੇ ਜਾ ਕੇ ਨਾ ਮੈਂ ਦੱਸਦਾ ਤੈਨੂੰ ਅਸਲੀ ਗੱਲ ਇਹ ਆ, ਖੁਸਰੋ ਵਾਲਾ ਦੋਸ਼ ਵੀ ਏਡਾ ਵੱਡਾ ਨਹੀਂ, ਦੋਸ਼ ਤਾਂ ਉਸ ਸੋਚ ਦਾ ਜਿਹੜੀ ਪਿੱਛੇ ਜੀ। ਮੈਂ ਜਿਹੜੀ ਗੱਲ ਨੂੰ ਕਹਿਣਾ ਨਾ ਉਹ ਸੋਚ ਹੈ, ਕਿਉਂਕਿ 21 ਦਿਨ ਤੱਕ ਤੇ ਗੱਲ ਚੱਲੀ ਨਹੀਂ ਖੁਸਰੋ ਦੀ। 21 ਦਿਨ ਤੋਂ ਬਾਅਦ ਜਦੋਂ ਮੁੜਨ ਲੱਗਾ ਫਿਰ ਉਹਨਾਂ ਨੇ ਬਣਾਇਆ ਵੀ ਅਸਲੀ ਗੱਲ ਤੇ ਰਹਿ ਗਈ। ਫਿਰ ਉਹ ਖੁਸਰੋ ਵਾਲੀ ਕਹਾਣੀ ਬਣਾ ਕੇ ਉੱਥੇ ਪੇਸ਼ ਕਰ ਦਿੱਤੀ ਗਈ ਤੇ ਉਹਨੇ ਸਜ਼ਾ ਦਾ ਹੁਕਮ ਦੇ ਕੇ ਤੇ ਉਹ ਆਪ ਚਲਾ ਗਿਆ ਤੇ ਫਿਰ ਇਹਨਾਂ ਨੂੰ ਹਵਾਲੇ ਕਰਦਾ, ਕਿਉਂਕਿ ਇਹ ਤਾਂ ਹੁਣ ਉਹਨਾਂ ਦੇ ਕਰਿੰਦੇ ਸਨ। ਕਈ ਵਾਰੀ ਜਿਹੜੀ ਰਾਜ ਸੱਤਾ ਜਿਹੜੀ ਹੁੰਦੀ ਹੈ ਉਹ ਅਫਸਰਸ਼ਾਹੀ ਦੇ ਮੁਤਾਹਤ ਹੀ ਰਹਿੰਦੀ ਹੈ, ਉਹਦੇ ਤੇ ਸਾਰਾ ਛੱਡ ਜਾਂਦੀ ਹੈ। ਇਹਨਾਂ ਨੂੰ ਛੱਡ ਕੇ ਇਹਨਾਂ ਦੇ ਹਵਾਲੇ ਕਰਕੇ ਤੇ ਉਹ ਆਪ ਚਲਾ ਗਿਆ। ਫਿਰ ਤੁਹਾਨੂੰ ਪਤਾ ਹੀ ਵੀ ਚੰਦੂ ਦੀ ਹਵੇਲੀ ਦੇ ਵਿੱਚ ਸੱਚੇ ਪਾਤਸ਼ਾਹ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿਸ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਨੇ। ਇਹ ਬਹੁਤ ਇਹਦੇ ਵਿੱਚ ਵੀ ਇੱਕ ਬਹੁਤ ਵੱਡੀ ਕਹਾਣੀ ਕੰਮ ਕਰਦੀ ਪਈ ਹੈ ਕਿ ਉਹਨਾਂ ਦਾ ਧਰਤੀ ਦੇ ਖੂਨ ਨਹੀਂ ਡੁੱਲਣਾ ਚਾਹੀਦਾ। ਇਹ ਕਿਉਂਕਿ ਇਹ ਜਿਹੜੀ ਮੁਗਲ ਸਲਤਨਤ ਸੀ ਜੀ, ਇਹਦੇ ਪਿੱਛੇ ਇਹਨਾਂ ਦੇ ਮੂਲ ਕਾਰਨ ਤੇ ਉਹ ਚੰਗੇਜ਼ ਹੈ ਨਾ। ਇਹ ਉਹਨਾਂ ਚੋਂ ਹੀ ਹੈ ਨਾ। ਇਹ ਚੰਗੇਜ਼ ਨਹੀਂ ਕਿਸੇ ਵੇਲੇ ਯਾਸ਼ਾ ਦਾ ਬਣਾਇਆ ਸੀ ਨਾ, ਇਹ ਨਿਯਮ ਕਾਨੂੰਨ ਬਣਾਇਆ ਸੀ ਯਾਸ਼ਾ ਦਾ ਕਿ ਜਿਹੜੇ ਇਹਨਾਂ ਦੇ ਵਿੱਕੀ ਧਾਰਮਿਕ ਪ੍ਰਚਾਰਕ ਨੇ ਉਹਨਾਂ ਨੂੰ ਜੇ ਸਜ਼ਾ ਕਿਤੇ ਦੇਣੀ ਪੈ ਜਾਵੇ ਤੇ ਉਹਨਾਂ ਦਾ ਖੂਨ ਧਰਤੀ ਤੇ ਨਹੀਂ ਡੁੱਲਣਾ। ਇਹ ਵੈਸੇ ਹੋਰ ਬਤੇਰੇ ਕਹਿੰਦੇ ਸ਼ੁਰੂ ਤੋਂ ਲੈ ਕੇ ਤੇ ਰੂਹਾਂ ਰਾਵਾਂ ਦੀ ਤੇ ਇਹਨਾਂ ਚੀਜ਼ਾਂ ਦੀ ਪੂਜਾ ਕਰਦੇ ਹੁੰਦੇ ਸਣੇ ਲੋਕ, ਤੇ ਇਹਨਾਂ ਦੇ ਅੰਦਰ ਭਰਿਆ ਹੋਇਆ ਸੀ। ਈਵਨ ਅਕਬਰ ਦੇ ਟਾਈਮ ਦੇ ਉੱਤੇ ਬੈਰਮ ਖਾਨ ਸੀ, ਉਹਦਾ ਅਕਬਰ ਦਾ ਹੀ ਇੱਕ ਮੰਤਰੀ ਸੀ ਬੈਰਮ ਖਾਨ। ਬੈਰਮ ਖਾਨ ਦੀਆਂ ਤਲਵਾਰਾਂ ਨਹੀਂ ਤਾਂ ਇਹਨੂੰ ਅਕਬਰ ਨੂੰ ਗੱਦੀ ਤੇ ਪਾਇਆ। ਤੇ ਬੈਰਮ ਖਾਨ ਇੱਕ ਵਾਰੀ ਕਿਸ਼ਤੀ ਦੇ ਵਿੱਚ ਜਾਂਦਾ ਪਿਆ ਤੇ ਕੁਦਰਤੀ ਇੱਕ ਮਹਾਵਤ ਜਿਹੜਾ ਉਹਦੇ ਤੋਂ ਹਾਥੀ ਬੇਕਾਬੂ ਹੋ ਕੇ ਉਹ ਕਿਸ਼ਤੀ ਵੱਲ ਨੂੰ ਦੌੜਿਆ ਤੇ ਪਰ ਮਹਾਵਤ ਨੇ ਉਹਨੂੰ ਕਾਬੂ ਤੇ ਕਰ ਲਿਆ। ਪਰ ਬੈਰਮ ਖਾਨ ਦੇ ਦਿਮਾਗ 'ਚ ਇਹ ਗੱਲ ਆ ਗਈ ਕਿ ਜਿਹੜਾ ਇਹ ਹਾਥੀ ਮੇਰੇ ਵੱਲ ਆਇਆ ਕਿਤੇ ਮੈਨੂੰ ਮਾਰਨ ਦੀ ਸਾਜ਼ਿਸ਼ ਵਿੱਚ, ਇਹ ਤਾਂ ਮਹਾਵਤ ਤਾਂ ਮੈਨੂੰ ਮਾਰ ਨਹੀਂ ਸਕਦਾ, ਕਿਤੇ ਆਪ ਅਕਬਰ ਸ਼ਾਮਲ ਤੇ ਨਹੀਂ। ਉਹਦੇ ਅੰਦਰ ਇਹ ਵਹਿਮ ਬਣ ਗਿਆ ਤੇ ਉਹ ਜਦੋਂ ਬੈਰਮ ਖਾਨ 'ਚ ਵਹਿਮ ਬਣਿਆ ਤੇ ਇਹ ਜਦੋਂ ਅਕਬਰ ਤੱਕ ਪਹੁੰਚੀ ਖਬਰ ਕਿ ਬੈਰਮ ਖਾਨ ਦੇ ਅੰਦਰ ਵਹਿਮ ਪੈਦਾ ਹੋ ਗਿਆ ਕਿ ਕਿਤੇ ਅਕਬਰ ਸ਼ਾਮਲ ਤੇ ਨਹੀਂ ਇਹ ਸਾਜ਼ਿਸ਼, ਤੇ ਅਕਬਰ ਨੇ ਉਸ ਮਹਾਵਤ ਨੂੰ ਹਵਾਲੇ ਕਰ ਦਿੱਤਾ ਬੈਰਮ ਖਾਨ ਦੇ ਵੀ ਤੂੰ ਜੋ ਮਰਜ਼ੀ ਸਜ਼ਾ ਦੇ ਇਹਨੂੰ, ਮੇਰੇ ਵੱਲੋਂ ਤੈਨੂੰ ਛੁੱਟੀ ਹੈ। ਤੇ ਬੈਰਮ ਖਾਨ ਨੇ ਤਲਵਾਰ ਨਾਲ ਉਹਦਾ ਸਿਰ ਲਾ ਦਿੱਤਾ ਮਹਾਵਤ ਦਾ। ਜਦੋਂ ਸਿਰ ਲਾਇਆ ਤੇ ਇਸ ਦਾ ਤਕਲੀਫ ਫਿਰ ਅਕਬਰ ਨੂੰ ਵੀ ਹੋਈ। ਅਕਬਰ ਕਿਉਂਕਿ ਮਹਾਵਤ ਜਿਹੜਾ ਹੁੰਦਾ ਸੀ, ਕਿਉਂਕਿ ਜਦੋਂ ਮਹਾਵਤ ਜਿਹੜਾ ਇੱਕ ਉਥੋਂ ਇੱਕ ਰਿਵਾਜ ਸੀ ਵੀ ਰਾਜੇ ਵੱਲ ਕੋਈ ਪਿੱਠ ਕਰਕੇ ਨਹੀਂ ਬਹਿ ਸਕਦਾ, ਤੇ ਮਹਾਵਤ ਜਿਹੜਾ ਉਹ ਬਵੇਗਾ ਉਹ ਤਾਂ ਰਾਜੇ ਵੱਲ ਪਿੱਠ ਹੀ ਕਰੂਗਾ ਨਾ। ਜੀ ਜਦੋਂ ਰਾਜੇ ਵੱਲ ਪਿੱਠ ਕਰਕੇ ਮਹਾਵਤ ਨੇ ਬੈਠਣਾ ਤਾਂ ਫਿਰ ਇਹ ਫੈਸਲਾ ਆਇਆ ਕਿ ਮਹਾਵਤ ਬੜਾ ਉੱਚਾ ਕੋਈ ਹੋਣਾ ਚਾਹੀਦਾ ਰੁਤਬਾ, ਉਹ ਬਣੇ। ਫਿਰ ਸੈਯਦਾਂ ਚੋਂ ਬਣਾਏ ਜਾਂਦੇ ਸੀ, ਇਹ ਮਹਾਵਤ ਸੈਯਦ ਹੁੰਦੇ ਸਨ। ਇਹ ਸੈਯਦ ਸੀ, ਇਹ ਧਾਰਮਿਕ ਕੋਲ ਉੱਚੀਆਂ ਹਸਤੀਆਂ ਮੰਨੇ ਜਾਂਦੇ ਸਨ। ਤੇ ਉਹਨੇ ਕਿਹਾ ਵੀ ਇਸ ਇੱਕ ਧਾਰਮਿਕ ਪੁਰਸ਼ ਉੱਚਾ ਸੀ ਤੇ ਇਹਨੇ ਇਹਨੂੰ ਇਦਾਂ ਇਹ ਕੀਤਾ ਤੇ ਇਹ ਤਾਂ ਕਿ ਉਹ ਯਾਸ਼ਾ ਵਾਲੀ ਗੱਲ ਫਿਰ ਉੱਥੇ ਆਈ ਨਾ ਵੀ ਅਕਬਰ ਤੱਕ ਵੀ ਇਹ ਮਨ 'ਚ ਸੀ ਗੱਲ, ਇਹ ਅਗਲਿਆਂ ਦੇ ਮਨ 'ਚ ਵੀ ਇਹੀ ਸੀ। ਤੇ ਇੱਥੇ ਤੱਕ ਆਪਾਂ ਇਹ ਵੀ ਮੰਨਦੇ ਹਾਂ ਵੀ ਕਿਤੇ ਨਾ ਕਿਤੇ ਤਾਂ ਜਹਾਂਗੀਰ ਦੇ ਮਨ 'ਚ ਇਹੀ ਸੀ ਨਾ ਵੀ ਉੱਚੀ ਧਾਰਮਿਕ ਹਸਤੀ ਨੇ ਤੇ ਇਹਨਾਂ ਦਾ ਖੂਨ ਨਾ ਡੁੱਲੇ। ਹਾਂ ਠੀਕ ਹੈ, ਉਹਨੇ ਕਈਆਂ ਨੂੰ ਥਾਨੇਸ਼ਰ ਦੇ ਉਸ ਜਿਹੜਾ ਸੀ ਸੈਯਦ ਜਿਹਨੇ ਦੁਆ ਕੀਤੀ ਉਹਨੂੰ ਉਹਨੇ ਹੱਜ ਦੇ ਪੈਸੇ ਦੇ ਕੇ ਵਿਦਾ ਕਰਤਾ ਵੀ ਤੂੰ ਚਲਾ ਜਾ। ਅਕਬਰ ਨੇ ਵੀ ਬੈਰਮ ਖਾਨ ਨੇ ਜਦੋਂ ਉਹਦਾ ਸਿਰ ਲਾਤਾ ਤੇ ਉਹਨੂੰ ਤਕਲੀਫ ਆਈ, ਫਿਰ ਉਹਨੇ ਉਸਨੂੰ ਉਸ ਪਦ ਤੋਂ ਹਟਾ ਕੇ ਤੇ ਉਹਨੂੰ ਪੈਸੇ ਦੇ ਕੇ ਤੇ ਘੱਲ ਦਿੱਤਾ ਵੀ ਤੂੰ ਆਪਣਾ ਆਜ਼ਾਦ ਹੈ, ਵੀ ਤੂੰ ਉਹ ਤੋਂ ਹਟਾ ਦਿੱਤਾ ਜੀ। ਅੱਗੇ ਤਾਂ ਕੁਝ ਕਰ ਨਹੀਂ ਸਕਦਾ ਸੀ। ਇਹ ਕਾਰਨ ਇਹ ਹੈ ਕਿ ਇਹਨਾਂ ਗੱਲਾਂ ਜੀਆਂ ਦੇ ਪਿੱਛੇ ਬਹੁਤ ਛਿਪੇ ਹੋਏ ਅਚੇਤ ਕਾਰਨ ਖੜੇ ਨੇ, ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਇੱਕ ਉਸ ਵੇਲੇ ਦੀਆਂ ਕਈ ਚੀਜ਼ਾਂ ਦੀ ਪਰਿਸਥਿਤੀਆਂ ਨੂੰ ਅਸੀਂ ਜੋੜਦੇ ਹਾਂ ਨਾ, ਕਈ ਪਾਸੋਂ ਇਕੱਠ ਕਰਕੇ ਪਤਾ ਕਰਦੇ ਆ ਤੇ ਫਿਰ ਪਤਾ ਲੱਗਦਾ ਵੀ ਕਿੱਡੀ ਵੱਡੀ ਇਹ ਮਹਾਨ ਸ਼ਹਾਦਤ ਸੀ ਤੇ ਕਿੰਨੀ ਵੱਡੀ ਇਹਦੇ ਪਿੱਛੇ ਛਿਪੀ ਹੋਈ ਸਾਜ਼ਿਸ਼ ਸੀ ਜੀ। ਤੇ ਇਹਨੂੰ ਅਸੀਂ ਵਾਰ-ਵਾਰ ਇਹ ਬੇਨਤੀ ਆ ਵੀ ਇਹਨੂੰ ਛੋਟੇ-ਛੋਟੇ ਘਟਨਾਵਾਂ ਨੂੰ ਹੈ ਠੀਕ ਹੈ ਕਿ ਅਸੀਂ ਮੰਨ ਕਰੀਏ ਵੀ ਬੜੇ ਹਾਦਸੇ ਵਾਪਰਦੇ ਨੇ, ਪਰ ਉਹਨਾਂ ਨਿੱਕੀਆਂ ਘਟਨਾਵਾਂ ਨੂੰ ਮੇਨ ਬਣਾ ਕੇ ਤੇ ਏਡੀ ਵੱਡੀ ਸ਼ਹਾਦਤ ਨੂੰ ਛੋਟੀਆਂ ਕਰਨ ਵਾਲੀ ਗੱਲ ਬਣ ਜਾਂਦੀ ਹੈ। ਉਸ ਤੇ ਇਹ ਦੱਸਣਾ ਪਏਗਾ ਵੀ ਜਿਹੜਾ ਵਕਤ ਦਾ ਹਾਕਮ ਹੈ
ਇਹ ਸੱਚ ਉਹਨਾਂ ਦੀ ਅੱਖ ਦੇ ਵਿੱਚ ਵੀ ਰੜਕ ਰਿਹਾ ਜੀ। ਕਿਉਂਕਿ ਦੇਖੋ ਅਸਲ 'ਚ ਗੱਲ ਇਹ ਆ ਕਿ ਇਹ ਠੀਕ ਹੈ ਕਿ ਪਿਰਥੀਏ ਦੇ ਨਾਲ ਜਿਵੇਂ ਪੜ੍ਹਦੇ ਹਾਂ ਕਿ ਪਿਰਥੀਆ ਇੱਕ ਐਸਾ ਹੈ ਵੀ ਕਦੇ ਉਹ ਲਾਈਨ ਤੇ ਆ ਗਿਆ, ਕਦੇ ਉਖੜ ਗਿਆ, ਕਦੇ ਆ ਗਿਆ, ਕਦੇ ਉਖੜ ਗਿਆ। ਤੇ ਗੁਰੂਆਂ ਨੇ ਆਪਾਂ ਥੋੜੀ ਜਿਹੀ ਐਗਜ਼ਾਮਪਲਾਂ ਹੋਰ ਵਿੱਚ ਹੋਏ ਵੇਖੋ ਵੀ ਪਿਰਥੀਆ ਜਿਸ ਵੇਲੇ ਚੜ੍ਹਾਈ ਕਰ ਗਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਹੜੇ ਨੇ ਗਵਾਲੀਅਰ ਦੇ ਕਿਲੇ ਚੋਂ ਆ ਰਹੇ ਨੇ ਜੀ, ਉਹਨਾਂ ਨੂੰ ਖਬਰ ਮਿਲੀ ਕਿ ਪਿਰਥੀਆ, ਉਹਨੇ ਤਾਇਆ ਜੀ ਸੀ ਪਿਰਥੀਆ, ਵੀ ਉਹ ਚੜ੍ਹਾਈ ਕਰ ਚੁੱਕਾ ਜੀ। ਸਭ ਤੋਂ ਪਹਿਲਾਂ ਉਹ ਪਿੰਡ ਹੇਰ ਪਿੰਡ ਜਿਹੜਾ ਕਿ ਉਹ ਮਿਹਰਬਾਨ ਦਾ ਪਿੰਡ ਸੀ, ਉਹਦੇ ਕੋਲ ਗਏ ਨੇ ਜੀ, ਆਪਣੇ ਤਾਏ ਦੀ ਉਹਦੀ ਚੜ੍ਹਾਈ ਕਰਨ ਤੇ ਉਹਦੇ ਪੁੱਤਰ ਨੂੰ ਮਿਹਰਬਾਨ ਨੂੰ ਢਾਰਸ ਦੇਣ ਵਾਸਤੇ। ਮਤਲਬ ਜੇ ਉਹਨੂੰ ਵਧਾਉਣਾ ਹੁੰਦਾ ਉਸ ਗੱਲ ਨੂੰ ਜੀ ਤਾਂ ਉਹ ਵਧਾ ਸਕਦੇ ਸੀ, ਗੁਰੂ ਨੂੰ ਜਾਣ ਦੀ ਲੋੜ ਕੀ ਸੀ ਉੱਥੇ। ਉਹ ਇੱਕ ਐਡਾ ਕੋਈ ਮੁੱਦਾ ਨਹੀਂ ਸੀ, ਉਹਦੇ ਤੇ ਇੰਨਾ ਕੁ ਸੀ ਵੀ ਮੈਂ ਇਸ ਗੱਦੀ ਦਾ ਵਾਰਸ ਹਾਂ, ਮੇਰੇ 'ਚ ਯੋਗਤਾ। ਉਹ ਤਾਂ ਆਪਣੀ ਸੰਗਤ 'ਚ ਆਪਣੀ ਬਿਹਤਰੀ ਵਾਸਤੇ ਯਤਨਸ਼ੀਲ ਜ਼ਿਆਦਾ ਰਿਹਾ। ਹਾਂ, ਇਹਨਾਂ ਕੋ ਕੁਝ ਵਿਦਵਾਨ ਦੱਸਦੇ ਨੇ ਕਿ ਉਹ ਸੁੱਲੀ ਖਾਨ ਤੱਕ ਮਾੜੀ ਮੋਟੀ ਉਹਦੀ ਪਹੁੰਚ ਹੋਵੇਗੀ, ਸੁੱਲੀ ਖਾਨ ਤੱਕ ਹੈ ਸੀ, ਪਰ ਉਹ ਕੋਈ ਸੁੱਲੀ ਖਾਨ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਕਿ ਜੇ ਤੁਸੀਂ ਜਿੱਥੇ ਕਿਤੇ ਜਹਾਂਗੀਰ ਕਿੱਥੇ, ਉਹ ਜਿਹੜੇ ਉਹ ਲੋਕ ਸੀ ਉਹਨਾਂ ਦੀ ਸੋਚ ਜਿਹੜੀ ਸੀ ਨਾ, ਉਹਨਾਂ ਨੂੰ ਆਹ ਜਿਹੜੇ ਤੁਹਾਨੂੰ ਪਿਛਲੇ ਕਾਰਨ ਦੱਸੇ ਨੇ ਜੀ, ਇਹ ਸਾਰੇ ਇਕੱਠੇ ਸਨ। ਤੇ ਇਹ ਸਾਰੇ ਇਕੱਠੇ ਹੋ ਕੇ ਕਾਰਨ ਜਿਹੜੇ ਸੀ ਨਾ, ਇਹਨਾਂ ਨੇ ਇਹ ਹਾਲਾਤ ਪੈਦਾ ਕਰ ਦਿੱਤੇ ਸੀ। ਇਹਨਾਂ ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਇਹਨਾਂ ਦੀ ਮਨ ਦੀ ਕਾਮਨਾ ਸੀ ਜੀ, ਤੇ ਇਸ ਕਰਕੇ ਸ਼ਹਾਦਤ ਗੁਰੂ ਸਾਹਿਬ ਦੀ ਇਸ ਢੰਗ ਨਾਲ ਹੋਈ। ਔਰ ਬੱਲੇ ਬੱਲੇ ਇੰਜ ਕਰੀਏ ਵੀ ਸ਼ਹਾਦਤ ਦਾ ਮੇਨ ਜਿਹੜਾ ਕਾਰਨ ਹੈ, ਉਸ ਸਮੇਂ ਦੀ ਰਾਜਸੀ ਤਾਕਤ ਜਿਹੜੀ ਹੈ ਉਹ ਇੱਕ ਕਾਰਨ ਬਣਦੀ ਹੈ। ਵੱਖਰੀ ਗੱਲ ਹੈ ਕਿ ਉਸ ਰਾਜਸੀ ਤਾਕਤ ਨੂੰ ਉਕਸਾਉਣ ਵਾਲੇ ਨਕਸ਼ਬੰਦੀ ਫਿਰਕੇ ਦੇ ਆਗੂ ਹੋ ਸਕਦੇ ਨੇ, ਸਰਵਰੀਏ ਹੋ ਸਕਦੇ ਨੇ, ਅਨੇਕਾਂ ਹੋ ਸਕਦੇ ਨੇ, ਪਰ ਸਿੱਧੇ ਰੂਪ ਦੇ ਵਿੱਚ ਇਹ ਕਾਰਨ ਨਹੀਂ ਹੈ। ਸਿੱਧੇ ਰੂਪ ਦੇ ਵਿੱਚ ਜਿਹੜੀ ਟੱਕਰ ਹੈ ਉਹ ਉਸ ਸਮੇਂ ਦੀਆਂ ਹਕੂਮਤਾਂ ਦੀ ਹੁੰਦੀ ਹੈ। ਹਾਂ, ਦੇਖੋ ਵਰਨ ਆਸ਼ਰਮ ਦਾ ਵਿੱਚੋਂ ਪ੍ਰਤੀਨਿਧਤਾ ਕਰ ਰਿਹਾ ਚੰਦੂ, ਇਹ 'ਚ ਕੋਈ ਸ਼ੱਕ ਨਹੀਂ ਜੀ। ਉਹ ਵਰਨ ਆਸ਼ਰਮ ਦੀ ਪ੍ਰਤੀਨਿਧਤਾ ਕਰਦਾ, ਉਹ ਵੀ ਉਹਦਾ ਇੱਕ ਕਰਿੰਦਾ ਹੀ ਹੈ ਨਾ। ਅਫਸਰ ਸ਼ਾਹੀ ਜਿਹੜੀ ਹੈ ਉਹ ਸਤਾ ਦਾ ਕਰਿੰਦਾ ਹੈ ਜੀ। ਸਤਾ ਅਫਸਰ ਸ਼ਾਹੀ ਤੇ ਨਿਰਭਰ ਕਰਦੀ ਹੈ, ਇਸੇ ਕਰਕੇ ਤਾਂ ਚੰਦੂ ਦੇਵਤਾ ਨੇ ਸਾਡੇ ਤਾਂ ਹਵਾਲੇ ਕਰਤਾ ਜੀ। ਮੁਰਤਜ਼ਾ ਖਾਨ ਹੀ ਉਹਦੇ ਹਵਾਲੇ ਕੀਤਾ ਗਿਆ। ਇਹ ਤਾਂ ਦੇਖੋ, ਕਿਉਂਕਿ ਮੁਰਤਜ਼ਾ ਖਾਨ ਵੀ ਜਿਹੜਾ ਆ ਸ਼ੇਖ ਅਹਿਮਦ ਸਰਹੰਦੀ ਦਾ ਚੇਲਾ, ਉਹ ਪਿੱਛੇ ਉਹੀ ਨਕਸ਼ਬੰਦੀਆਂ ਦਾ ਨਕਸ਼ਬੰਦੀ ਹੋ ਗਏ, ਉਹ ਨਕਸ਼ਬੰਦੀਆਂ ਚੋਂ ਆਇਆ। ਨਕਸ਼ਬੰਦੀ ਇਕੱਠੇ ਹੋਏ ਨੇ ਕਿ ਇਹ ਮੁਰਤਜ਼ਾ ਖਾਨ ਦਾ ਪਹਿਲਾ ਨਾਮ ਬੁਖਾਰੀ ਸੀ ਨਾ, ਬੁਖਾਰੀ ਤੋਂ ਇਹਨੂੰ ਮਿਲਿਆ ਨਾ ਖਿਤਾਬ ਮੁਰਤਜ਼ਾ ਖਾਨ ਦਾ, ਤੇ ਇਹ ਇਕੱਠੇ ਹੋ ਕੇ ਤੇ ਕੰਮ ਕਰਦੇ ਰਹੇ ਸਨ ਪਿੱਛੇ। ਇਹਨਾਂ ਦਾ ਤੇ ਨਿਸ਼ਾਨਾ ਸੀ, ਟਾਰਗੇਟ ਸੀ ਇਹ ਜੀ, ਇਹ ਆਪਣੇ ਟਾਰਗੇਟ ਤੋਂ ਵੱਧਦੇ ਰਹੇ ਸਨ। ਹਾਂ, ਇਹ ਠੀਕ ਹੈ ਕਿ ਭਾਰਤ ਦੇ ਵਰਨ ਆਸ਼ਰਮ ਦੇ ਵਿੱਚੋਂ ਜਿਹੜੀ ਇਹ ਚੋਟ ਹੋ ਰਹੀ ਸੀ ਉਹਨਾਂ ਦੇ ਉੱਤੇ, ਉਹ ਤਾਂ ਅੱਜ ਵੀ ਭਾਰਤ ਵਾਸਤੇ ਬੜੀ ਦੁਖਦਾਈ ਚੀਜ਼ ਹੈ। ਇਹ ਸਾਰੇ ਭਾਰਤ ਵਾਸਤੇ ਖਤਰਾ, ਜਾਤ ਪਾਤ ਜੀ, ਅੱਜ ਵੀ ਇਹ ਬਰੂਦ ਬਣਿਆ ਹੋਇਆ। ਸਾਨੂੰ ਇਹ ਤਾਂ ਉੱਠਣਾ ਪਏਗਾ। ਅੱਜ ਵੀ ਮੈਂ ਸਮਝਦਾ ਕਿ ਜਿਹੜੇ ਸੁਲਝੇ ਹੋਏ ਮਹਾਪੁਰਸ਼ ਨੇ ਉਹ ਅੱਜ ਇਸ ਗੱਲ ਤੇ ਵਿਚਾਰਾਂ ਕਰਦੇ ਪਏ ਨੇ ਵੀ ਸਾਨੂੰ ਇਹ ਤਾਂ ਉੱਠਣਾ ਪਏਗਾ। ਸਾਨੂੰ ਜਾਤ ਪਾਤ ਇਹਨਾਂ ਚੀਜ਼ਾਂ ਤੋਂ ਤਾਂ ਆਉਣਾ ਪਏਗਾ, ਸਾਨੂੰ ਇਹਨਾਂ ਗੱਲਾਂ ਦੇ ਚੀਜ਼ਾਂ ਛੱਡਣਾ ਪਏਗਾ। ਸਾਨੂੰ ਮਨੁੱਖ ਦੀ ਤਾਂ ਹੀ ਵਧਿਆ ਜਾਏਗਾ। ਬਾਪੂ ਜੀ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ। ਤੁਸੀਂ ਸਾਨੂੰ ਸ਼ਹਾਦਤ ਦੇ ਕਾਰਨਾਂ ਦੇ ਵਿੱਚੋਂ ਇੱਕ ਵੱਡੇ ਕਾਰਨ ਵਾਲੇ ਪਾਸੇ ਧਿਆਨ ਦਿਵਾਇਆ ਆ। ਬਈ ਵਾਕਈ ਅਕਸਰ ਅਸੀਂ ਢਾਡੀਆਂ ਨੂੰ ਸੁਣਦੇ ਹਾਂ ਤੇ ਉਹ ਮੇਨ ਕਾਰਨ ਇਹੀ ਦੱਸਦੇ ਨੇ ਵੀ ਚੰਦੂ ਦਾ ਜੀ ਰਿਸ਼ਤਾ ਮੋੜ ਦਿੱਤਾ ਕੁੜੀ ਦਾ, ਉਹ ਕਹਿੰਦਾ ਜੀ ਚਬਾਰੇ ਦੀ ਇੱਟ, ਅਨੇਕ ਪ੍ਰਕਾਰ ਦੀਆਂ ਗੱਲਾਂ ਆਈਆਂ ਤੇ ਇਹ ਸਾਰੀਆਂ ਗੱਲਾਂ ਸ਼ਹਾਦਤ ਦਾ ਕਾਰਨ ਬਣਾਇਆ ਜਾਂਦਾ। ਪ੍ਰਕਾਨ ਸਿੰਘ ਨਾਭਾ ਨੇ ਵੀ ਅਨੇਕਾਂ ਹਵਾਲੇ ਦਿੱਤੇ ਨੇ, ਹੋਰਲਾਂ ਵਿਦਵਾਨਾਂ ਨੇ ਵੀ ਅਨੇਕਾਂ ਹਵਾਲੇ ਦਿੱਤੇ ਨੇ। ਸੋ ਦਰਸ਼ਕੋ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਹਾਂ ਤੇ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ ਇੱਕ ਬੜਾ ਵੱਡਾ ਵਾਵਰੋਲਾ ਬਣਦਾ ਹੁੰਦਾ, ਉਹ ਹਵਾਵਾਂ ਇਕੱਠੀਆਂ ਹੁੰਦੀਆਂ ਨੇ ਤੇ ਵਾਵਰੋਲਾ ਬਣਦਾ। ਏਡੀ ਵੱਡੀ ਸ਼ਹਾਦਤ ਇਹਨਾਂ ਛੋਟੇ ਛੋਟੇ ਲੋਕਾਂ ਕਰਕੇ ਨਹੀਂ ਹੋ ਸਕਦੀ, ਉਹਦੇ ਮਗਰ ਬੜੀ ਵੱਡੀ ਇੱਕ ਸਿਆਸੀ ਪਾਵਰ ਕੰਮ ਕਰਦੀ ਹੈ। ਭਾਵੇਂ ਉਹਦੇ ਵਿੱਚ ਬੜਾ ਵੱਡਾ ਕਾਰਨ ਹੈ ਕਿ ਬਾਦਸ਼ਾਹ ਮੌਕੇ ਤੇ ਹਾਜ਼ਰ ਆਪ ਨਹੀਂ ਹੁੰਦਾ, ਅਗਲੇਰੇ ਲੋਕ ਹੀ ਇਹ ਸਾਰਾ ਕੰਮ ਕਰਦੇ ਹੁੰਦੇ ਨੇ, ਪਰ ਚੇਤੇ ਰੱਖਿਆ ਜੇ ਹੁਕਮ ਤੇ ਆਰਡਰ ਇਹ ਉਹੀ ਲੋਕ ਕਰਦੇ ਹੁੰਦੇ ਨੇ ਜਿਹੜੇ ਸੱਤਾ ਦੇ ਉੱਪਰ ਕਾਬਜ਼ ਹੁੰਦੇ ਨੇ, ਵਕਤ ਦੇ ਹਾਕਮ ਹੁੰਦੇ ਨੇ। ਵਕਤ ਦੇ ਹਾਕਮ ਕੀ ਬਿਆਨ ਦਬਾਉਂਦੇ ਹੁੰਦੇ ਨੇ ਤੇ ਅੱਗੇ ਉਹਨਾਂ ਦੇ ਲੋਕ ਜਿਹੜੇ ਨੇ ਉਹ ਬਿਆਨ ਦਿੰਦੇ ਹੁੰਦੇ ਨੇ। ਵੇਖਣ ਵਾਲੇ ਨੂੰ ਲੱਗਦਾ ਵੀ ਸ਼ਾਇਦ ਇਹ ਬਿਆਨ ਇਹਦਾ ਹੈ, ਪਰ ਇਹ ਨਹੀਂ ਪਤਾ ਹੁੰਦਾ ਕਿ ਇਹ ਬੋਲਣ ਵਾਲਾ ਇਹ ਹੈ, ਪਰ ਇਹਦੇ ਮੂੰਹ ਦੇ ਜਿਹੜੇ ਸ਼ਬਦ ਨੇ ਉਹ ਹਾਕਮ ਨੇ ਪਾਏ ਹੋਏ ਨੇ। ਸੋ ਇਸ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦੇ ਕਾਫੀ ਕਾਰਨਾਂ ਬਾਰੇ ਬਾਬਾ ਭੁਪਿੰਦਰ ਸਿੰਘ ਪਟਿਆਲਾ ਨੇ ਸਾਨੂੰ ਜਾਣੂ ਕਰਵਾਇਆ। ਜ਼ਰੂਰ ਬਾਬਾ ਜੀ ਕੋਲੋਂ ਬੜੀ ਜਲਦੀ ਹੋਰ ਵੀ ਆਪਾਂ ਕਾਰਨ ਜਾਣਾਂਗੇ, ਤੱਤੀ ਤਵੀ ਵਾਲਾ ਕਾਰਨ ਜਾਣਾਂਗੇ
ਤਤੀ ਤਬੀ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਬੈਠਦੇ ਨੇ, ਸਾਈਂ ਮੀਆਂ ਮੀਰ ਦਾ ਉਸ ਵੇਲੇ ਹਿਰਦਾ ਕੀ ਕਹਿੰਦਾ ਹੈ, ਉਹ ਪਿਆਰ ਦੀ ਮੂਰਤ ਉੱਥੇ ਕੀ ਪੇਸ਼ ਕਰਨਾ ਚਾਹੁੰਦੀ, ਇਹ ਸਾਰੇ ਮਾਮਲੇ ਸੈਕਿੰਡ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਦਾ ਵਾਂ। ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।